ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਇਸ ਘੜੀ ਦੇ ਲਈ ਜਦੋਂ ਖੁਦਾਵੰਦ ਨੇ ਆਪਣੀ ਕਿਰਪਾ ਦੇ ਦੁਆਰਾ ਸਾਨੂੰ ਇਹ ਸਮੇਂ ਦਿੱਤਾ ਜਿਸ ਸਮੇਂ ਵਿੱਚ ਇਕੱਠੇ ਹੋ ਕੇ ਅੱਜ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਹਾਂ। ਅੱਜ ਜਦੋਂ ਪਰਮੇਸ਼ਵਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਹਾਂ, ਆਓ ਕੁਝ ਸਮਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਮੰਨਣ ਦੀ ਅਵਸਥਾ ਵਿੱਚ, ਸੁਣਨ ਦੀ ਅਵਸਥਾ ਵਿੱਚ ਆਈਏ। ਅਸੀਂ ਪ੍ਰਭੂ ਦੇ ਪਵਿੱਤਰ ਬਚਨ ਨੂੰ ਖੋਲਾਂਗੇ। ਪਤਰਸ ਦੀ ਪਹਿਲੀ ਕਿਤਾਬ, ਪਹਿਲਾ ਪਤਰਸ ਦੀ ਪਹਿਲੀ ਕਿਤਾਬ, ਪਹਿਲਾ ਪਤਰਸ, ਉਸ ਦਾ ਦੂਸਰਾ ਅਧਿਆਇ ਉਸ ਦਾ 21 ਵਚਨ ਪੜ੍ਹਦੇ ਹਾਂ। ਪਹਿਲਾ ਪਤਰਸ ਦੂਸਰਾ ਅਧਿਆਇ 21 ਵਚਨ। ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ, ਇਸ ਲਈ ਜੋ ਮਸੀਹ ਵੀ ਤੁਹਾਡੇ ਨਿਮਿਤ ਦੁੱਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ, ਭਈ ਤੁਸੀਂ ਉਹਦੀ ਪੈੜ ਉੱਤੇ ਤੁਰੋ। ਆਮੀਨ। ਇੱਥੇ ਪ੍ਰਭੂ ਦਾ ਬਚਨ ਦੱਸਦਾ ਹੈ ਯੀਸ਼ੂ ਮਸੀਹ ਨੇ ਇੱਕ ਨਮੂਨਾ ਛੱਡਿਆ ਹੈ ਸਾਡੇ ਲਈ। ਅਸੀਂ ਉਸ ਨਮੂਨੇ ਦੇ ਉੱਤੇ, ਆਪ ਉਹਦੀ ਪੈੜ ਦੇ ਉੱਤੇ ਤੁਰਨਾ ਹੈ। ਇਸ ਜ਼ਮੀਨ ਦੇ ਉੱਤੇ ਰਹਿੰਦੇ ਹੋਏ ਅਸੀਂ ਪ੍ਰਭੂ ਯੀਸ਼ੂ ਮਸੀਹ ਵਾਂਗੂ ਤੁਰਨਾ ਹੈ। ਆਮੀਨ ਆਮੀਨ। ਕਿੱਦਾਂ ਤੁਰਨਾ ਹੈ? ਜਿੱਦਾਂ ਯੀਸ਼ੂ ਮਸੀਹ ਤੁਰਦੇ ਸੀ ਉੱਦਾਂ ਤੁਰਨਾ ਹੈ। ਅੱਜ ਯੀਸ਼ੂ ਮਸੀਹ ਕਲੀਸਿਆ ਵਿੱਚ ਜਿੰਦਾ ਹੈ। ਆ ਯੀਸ਼ੂ ਮਸੀਹ ਕਲੀਸਿਆ ਦੇ ਵਿੱਚ ਜ਼ਿੰਦਾ ਹੈ। ਔਰ ਅੱਜ ਕਲੀਸਿਆ ਨੇ ਯੀਸ਼ੂ ਮਸੀਹ ਵਾਂਗੂ ਤੁਰਨਾ ਹੈ। ਪੈੜ ਦੇ ਉੱਤੇ ਤੁਰਨ ਦਾ ਮਤਲਬ ਆ ਜਿੱਦਾਂ ਵਾਹੇ ਹੋਏ ਖੇਤ ਵਿੱਚ ਜਦੋਂ ਕੋਈ ਇੱਕ ਬੰਦਾ ਲੰਘ ਜਾਂਦਾ, ਫਿਰ ਦੂਆ ਸੋਚਦਾ ਮੈਂ ਜਿਹੜਾ ਪੈਰ ਪਹਿਲਾਂ ਰੱਖਿਆ ਉਸ ਪੈਰ ਤੇ ਪੈਰ ਰੱਖ ਲਵਾਂ ਤਾਂ ਮਿੱਟੀ ਮੁੱਟੀ ਜੁੱਤੀਆਂ 'ਚ ਨਾ ਵੜੂਗੀ। ਇਹ ਜ਼ਮੀਨ ਦੀ ਜੋ ਧੂਲ ਮਿੱਟੀ ਹੈ ਉਹ ਤੁਹਾਡੇ ਉੱਤੇ ਹਾਵੀ ਪ੍ਰਭਾਵੀ ਨਾ ਹੋ ਸਕੇ, ਉਹਦੇ ਲਈ ਯੀਸ਼ੂ ਮਸੀਹ ਦੀ ਪੈੜ ਉੱਤੇ ਪੈਰ ਰੱਖੋ। ਨਮੂਨਾ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਲਈ ਇੱਕ ਨਮੂਨਾ ਛੱਡਿਆ ਹੈ। ਨਮੂਨਾ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਲਈ ਨਮੂਨਾ ਛੱਡਿਆ ਹੈ ਤੇ ਹੁਣ ਕਿਸੇ ਹੋਰ ਵੱਲ ਦੇਖ ਕੇ ਨਾ ਚੱਲਿਓ ਜ਼ਿੰਦਗੀ 'ਚ। ਅਗਰ ਕਿਸੇ ਹੋਰ ਵੱਲ ਦੇਖ ਕੇ ਚੱਲੇ ਤਾਂ ਫਿਰ ਯੀਸ਼ੂ ਮਸੀਹ ਵਾਂਗੂ ਨਹੀਂ ਚੱਲ ਹੋਣਾ। ਇਸ ਲਈ ਪਤਰਸ ਕਹਿੰਦੇ ਯੀਸ਼ੂ ਮਸੀਹ ਦੁੱਖ ਝੱਲ ਕੇ ਇੱਕ ਨਮੂਨਾ ਸਾਡੇ ਲਈ ਛੱਡ ਗਿਆ ਤੇ ਆਓ ਅਸੀਂ ਉਹਦੀ ਪੈੜ ਦੇ ਉੱਤੇ ਤੁਰੀਏ। ਦੁੱਖ ਝੱਲ ਕੇ ਨਮੂਨਾ ਛੱਡ ਕੇ ਗਿਆ। ਯੀਸ਼ੂ ਮਸੀਹ ਨੇ ਦੁੱਖ ਝੱਲਿਆ। ਅੱਜ ਅਸੀਂ ਜ਼ਮੀਨ ਦੇ ਉੱਤੇ ਹਾਂ, ਅਸੀਂ ਵੀ ਭਾਂਤ ਦੇ ਦੁੱਖਾਂ ਨੂੰ ਝੱਲ ਰਹੇ ਹਾਂ। ਅਸੀਂ ਵੀ ਭਾਂਤ ਦੇ ਦੁੱਖਾਂ ਨੂੰ ਝੱਲ ਰਹੇ ਹਾਂ ਜ਼ਮੀਨ ਦੇ ਉੱਤੇ ਰਹਿੰਦੇ ਹੋਏ। ਜਦੋਂ ਭਾਂਤ ਦੇ ਦੁੱਖਾਂ ਨੂੰ ਝੱਲ ਰਹੇ ਹਾਂ ਤੇ ਭੁਲੇਖੇ 'ਚ ਨਾ ਪੈ ਜਿਓ। ਬੀਤੇ ਸਮਝਾਈ ਸੁਣਿਆ ਕਿ ਜ਼ਮੀਨ ਦੇ ਉੱਤੇ ਪ੍ਰਭੂ ਸ਼ਾਂਤੀ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਆਰਾਮ ਦੇਣ ਜਾ ਰਿਹਾ ਸਨ। ਆਰਾਮ ਜ਼ਮੀਨ ਤੇ ਨਹੀਂ ਹੈਗਾ। ਜ਼ਮੀਨ ਦੇ ਉੱਤੇ ਕਸ਼ਟ ਆ। ਕਸ਼ਟ ਕਾਹਦਾ ਆ? ਕੰਮ ਕਰਨ ਦਾ ਕਸ਼ਟ। ਇੱਕ ਆਰਾਮ ਕਰਨਾ ਹੈ, ਇੱਕ ਕੰਮ ਕਰਨਾ ਹੈ। ਦੋ ਅਵਸਥਾਵਾਂ। ਇੱਕ ਆਰਾਮ ਕਰਨਾ ਆ, ਇੱਕ ਕੰਮ ਕਰਨਾ। ਦੋ ਅਵਸਥਾਵਾਂ। ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਅਵਸਥਾ ਨੂੰ ਸ਼ੇਅਰ ਕੀਤਾ, ਅਸੀਂ ਲੂਕਾ ਦੀ ਅੰਜੀਲ ਦੇ 12ਵੇਂ ਅਧਿਆਇ ਨੂੰ ਇੱਕ ਵਾਰੀ ਖੋਲਾਂਗੇ। ਲੂਕਾ ਦੀ ਅੰਜੀਲ ਉਸ ਦਾ 12ਵਾਂ ਅਧਿਆਇ। ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਅਵਸਥਾ ਨੂੰ ਜਦੋਂ ਆਪਣੇ ਲੋਕਾਂ ਨਾਲ ਸਾਂਝਾ ਕੀਤਾ ਤੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਲੂਕਾ ਦੀ ਅੰਜੀਲ 12ਵਾਂ ਅਧਿਆਇ ਉਸ ਦਾ 50ਵਾਂ ਵਚਨ ਹੈ। ਲੂਕਾ ਦੀ ਅੰਜੀਲ 12 ਅਧਿਆਇ 50 ਵਚਨ। ਪਰ ਮੈਂ ਇੱਕ ਬਪਤਿਸਮਾ ਲੈਣਾ ਹੈ, ਜਦ ਤੀਕਰ
ਉਹ ਸੰਪੂਰਨ ਨਾ ਹੋਵੇ ਤਾਂ ਤਿਕੁਰ ਮੈਂ ਕਿਹੜਾ ਔਖਾ ਰਹਾਂਗਾ। ਪ੍ਰਭੂ ਯਿਸੂ ਕਹਿੰਦੇ ਮੈਂ ਇੱਕ ਕੀ ਲੈਣਾ ਜੀ, ਬਪਤਿਸਮਾ ਲੈਣਾ। और प्रभु यीशु मसीह कहते जब तक वो मैं बपतिस्मा नहीं ले लेंदा तद तक मैं केड़ा औखा रवांगा। यीशु मसीह जमीन के उत्ते सौखे नहीं सी। प्रभु यीशु मसीह जमीन के उत्ते सौखे नहीं सी। औख कादी है, औख कादी की औख सी। सारा कुछ बुरा, सारा कुछ भ्रष्ट और सारा कुछ उन्होंने बुरा बनाने के लिए तत्पर, काला चारों तरफ तो उन्होंने इस संसार वर्गे बनाने के लिए हमले, पाप कराने के लिए हमले, चारों तरफ तो बुराई हावी ते प्रभावी होकर उठती। पर ਇਹਦੇ ਵਿੱਚ ਯਿਸੂ ਮਸੀਹ ਦਾ ਕੰਮ ਕੀ ਸੀ ਕਿ ਸੰਸਾਰ ਵਾਲਾ ਕੰਮ नहीं करना, पाप नहीं करना, दुनिया वाला कोई काम नहीं करना, गलत नहीं करना, पवित्रताई नूं बनाए रखना, आग्याकारी नूं बनाए रखना और मुक्ति का काम पूरा करना है, संसार की मुक्ति का काम पूरा करना है। यीशु मसीह उत्ते जिम्मेवारी है, क्योंकि इस तो पहले वो गल कहते हैं कि मैं इस धरती उत्ते अग लाउण आया, काश कि लग चुकी हुई होंदी। अग की लानी है? जो गलत है उन्होंने साड़ना, गलत नूं साड़ना, पाप नूं खत्म करना है, जो बंदे नूं तकलीफ देने वाली दुष्ट आत्मा उन्होंने खत्म करना है, साड़ना है। पवित्र आत्मा की अग आनी है। पर प्रभु कहते वो अग आने तो पहला मैनू एक बपतिस्मा लेना पैना, पाप मैनू दुनिया लई मरना पैना। वो मरण तो पहला प्रभु कहते मैं औखा है। दुनिया के लिए जान देने तो पहला प्रभु यीशु कहते मैं की है? औखा। प्रभु दे बच्चों, ये नमूना है साडे अगे कि यीशु मसीह ने साडे लिए पवित्रताई की अवस्था में जान देनी है, ये शर्त है। और जान देन तक पवित्र रहना है, ये शर्त है। और जान देनी है, ये अवस्था 100% पवित्रताई दे विच दी होके पूरी करनी। इसलिए प्रभु दे बच्चों, साढ़े कोल भी दो अवस्थावां हैं जमीन दे उत्ते। एक असीं जी रहे हैं, एक असीं दुनिया तो पलायन करना, दुनिया तो जाना है, दुनिया तो साडा कूच होना है। दो अवस्थावां साडे कोल। एक असीं दुनिया ते जी रहे हैं, एक सानू सद्दा होना, असीं उत्थे जाना अपने आराम विच। जदों जीने आ ते किदां जीना, ये कष्ट अज साडे उत्ते भी है। आले दुआले मन मर्जियां करने वाले लोग आ, पाप करने वाले लोग आ, गालां कड्ढण वाले लोग आ, तकलीफां देण वाले लोग आ, अत्याचार उत्पीड़न करने वाले लोग आ, बधीकियां करने वाले लोग आ। सुनदा ही नहीं कोई। पर उस अवस्था विच तुसीं इस संसार वर्गे नहीं हो सकते, क्योंकि जितों असीं पतरस की किताब चों गल पढ़ी, उत्थे अगली गल ये कही आ कि वो गालियां खा के गालियां नहीं दिंदा सी और दुख पा के दबका नहीं दिंदा सी। ये नमूना है। गालियां कढ़ियां गईयां उन्हों, पर उन्हें गालियां, उन्होंने दुख दिता गया पर उन्हें दबका नहीं दिता। अज प्रभु दे बच्चों, असी जीना किदां? प्रभु वांगू जीना। किदां जीना? प्रभु वांगू जीना। ये संसार दे उत्ते जो भी हालात आ, वो इदां दा आ कि जिन्ने भी इस संसार विच आ, जिन्ने भी आ, वो सारे इदां दे बन जाण। जिहड़े शराब पीने वाले वो कहंदे सारे शराबी बन जाण, जिहड़े व्यभिचार करने वाले वो कहंदे सारे व्यभिचारी बन जाण, जिहड़े होर गलत काम करने वाले वो कहंदे सारे इदां दे बन जाण, आराम नाल वधिया। जिहड़े बंदगी करने वाले वो कहंदे सारे बंदगी करने वाले बन जाण। हुण साडी प्रॉब्लम ये आ कि असीं कहंदे सारे बंदगी करने वाले बन जाण।
ਹੁਣ ਜਿਹੜਾ ਬੰਦਗੀ ਕਰਨ ਵਾਲਾ ਨਹੀਂ ਹੈਗਾ ਉਹਨੂੰ ਕਹਿੰਦੇ ਬੰਦਗੀ ਕਰਨ ਵਾਲਾ ਬਣ ਜਾ। ਉਹ ਕਹਿੰਦਾ ਮੈਨੂੰ ਤਾਂ ਮਗਰ ਲਾਉਂਦਾ ਹੈ। ਬਈ ਤੂੰ ਵੀ ਤਾਂ ਕਈਆਂ ਨੂੰ ਮਗਰ ਲਾਉਂਦਾ ਹੀ ਆ ਕਿ ਨਹੀਂ। ਸ਼ਰਾਬ ਪੀਣ ਵਾਲੇ ਕਹਿੰਦੇ ਉਹ ਆ ਜਾ ਲਾਲਾ ਪੈਗ, ਬਹੁਤ ਵਧੀਆ ਹੁੰਦਾ, ਬਹੁਤ ਟੇਸਟ ਆਉਂਦਾ, ਬੜਾ ਨਜ਼ਾਰਾ ਆਉਂਦਾ, ਲਾ ਕੇ ਦੇਖ ਕਿੰਨਾ ਵਧੀਆ ਹੁੰਦਾ। ਤੰਬਾਕੂ ਖਾਣ ਵਾਲਾ ਕਹਿੰਦਾ ਤੰਬਾਕੂ ਖਾ ਕੇ ਦੇਖ ਕਿੰਨਾ ਵਧੀਆ ਝੂਟਾ ਆਉਣਾ ਤੈਨੂੰ। ਇੱਦਾਂ ਹੀ ਕਹਿੰਦੇ ਉਹ, ਉਹਨਾਂ ਦੀ ਭਾਸ਼ਾ 'ਚ ਮੈਂ ਦੱਸ ਦਿੰਦਾ। ਕਹਿੰਦੇ ਲੈ ਤੈਨੂੰ ਤਾਂ ਇੱਦਾਂ ਹੋ ਜਾਣਾ ਜਿੱਦਾਂ ਨਾ ਬਸ ਲਹਿਰਾਂ ਬਹਿਰਾਂ ਹੋ ਜਾਣੀਆਂ। ਵੀ ਅਸੀਂ ਵੀ ਤਾਂ ਲੋਕਾਂ ਨੂੰ ਦੱਸਣਾ ਹੀ ਆ ਵੀ ਇਹਦੇ 'ਚ ਕੀ ਮਿਲਦਾ ਹੁੰਦਾ ਜਿਹੜਾ ਅਸੀਂ ਕਰਦੇ ਆ ਕਿ ਨਹੀਂ ਜੀ। ਹਾਂਜੀ ਕੋਈ ਤਾਂ ਦੱਸਦੇ ਗੱਲ ਨਹੀਂ ਆ, ਇਹ ਨਾ ਦੱਸਿਓ ਕਿਸੇ ਨੂੰ ਯਾਰ ਜੋ ਸਾਨੂੰ ਮਿਲਿਆ ਅਸੀਂ ਤਾਂ ਦੱਸਣਾ ਹੀ ਹੈ। ਜੋ ਸਾਨੂੰ ਮਿਲਿਆ ਅਸੀਂ ਤਾਂ ਰੌਲਾ ਪਾਉਣਾ ਹੀ ਹੈ। ਜੋ ਯੀਸ਼ੂ ਮਸੀਹ ਵਿੱਚ ਸੀਗਾ ਉਹ ਰੌਲਾ ਪਾਉਂਦੇ ਸੀ ਭਾਈ ਸਵਰਗ ਦਾ ਰਾਜ ਨੇੜੇ ਆ ਗਿਆ, ਤੋਬਾ ਕਰ ਲਓ, ਮਿਲ ਜਾਓ ਉਹਦੇ ਨਾਲ, ਗੱਲ ਬਣ ਜਾਣੀ ਤੁਹਾਡੀ, ਤੁਹਾਨੂੰ ਸਵਰਗ ਦਾ ਰਾਜ ਮਿਲ ਜਾਣਾ, ਤੁਸੀਂ ਪ੍ਰਭੂ ਵਰਗੇ ਬਣ ਜਾਣਾ, ਤੁਸੀਂ ਫਿਰ ਤੋਂ ਉੱਠ ਜਾਣਾ ਆ, ਤੁਹਾਡਾ ਉਧਾਰ ਹੋ ਜਾਣਾ ਆ, ਤੁਹਾਡਾ ਮਿਲਣ ਹੋ ਜਾਣਾ ਆ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣੀਆਂ, ਤੁਹਾਨੂੰ ਪਤਾ ਲੱਗ ਜਾਣਾ ਜ਼ਿੰਦਗੀ ਕੀ ਹੁੰਦੀ ਆ। ਉਹ ਕਹਿੰਦੇ ਇਹ ਤਾਂ ਹੋਰ ਹੀ ਕੁਛ ਬੋਲਦਾ, ਇਹ ਤਾਂ ਖਿਲਾਫ ਬੋਲਦਾ। ਯਿਸੂ ਮਸੀਹ ਉੱਤੇ 2 ਪਰਚੇ ਦਰਜ ਕੀਤੇ ਗਏ। ਪਹਿਲਾ ਪਰਚਾ ਧਰਮ ਧਰੋਹ ਦਾ ਸੀ, ਦੂਸਰਾ ਪਰਚਾ ਦੇਸ਼ ਧਰੋਹ ਦਾ ਸੀ। ਪਹਿਲਾਂ ਧਰਮ ਧਰੋਹ ਦਾ ਦਰਜਾ ਪਰਚਾ ਕੀਤਾ ਗਿਆ, ਉਹ 'ਤੇ ਫਾਂਸੀ ਨਹੀਂ ਲੱਗੀ, ਸੂਲੀ ਨਹੀਂ ਚੱਲ ਲੱਗੀ। ਫਿਰ ਦੇਸ਼ ਧਰੋਹ ਦਾ ਪਰਚਾ ਦਰਜ ਕਰਤਾ। ਪਰਚੇ ਕੋਲੇ ਪਏ ਸੀ ਉਦੋਂ ਵੀ ਇਹਨਾਂ ਦੇ, ਅੱਜ ਵੀ ਕੋਲੇ ਹੀ ਪਏ ਆ ਕਿ ਨਹੀਂ। ਯਿਸੂ ਮਸੀਹ 'ਤੇ ਪਰਚਾ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ ਦਰਜ ਕੀਤਾ, ਜਿਹੜਾ ਉਹਨਾਂ ਦੀ ਆਪਣੀ ਅਦਾਲਤ ਸੀ, ਧਾਰਮਿਕ ਅਦਾਲਤ ਪੇਸ਼ ਲਾਤਾ ਪਰਚਾ ਵੀ ਇਹਨੇ ਕਿਹਾ ਮੈਂ ਪਰਮੇਸ਼ਰ ਦਾ ਪੁੱਤਰ ਹਾਂ। ਵੀ ਧਰਮ ਧਰੋਹ ਆ, ਇਹਨੇ ਕਿਹਾ ਤੁਸੀਂ ਇਸ ਮੰਦਰ ਨੂੰ ਢਾ ਦਿਓ, ਮੈਂ 3 ਦਿਨਾਂ 'ਚ ਖੜਾ ਕਰ ਦੂੰਗਾ, ਧਰਮ ਧਰੋਹ ਆ। ਇਹ 2 ਗੱਲਾਂ 'ਤੇ ਯਿਸੂ ਮਸੀਹ ਉੱਤੇ ਪਰਚਾ ਚੱਲਿਆ। ਇਹ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਹਿੰਦਾ, ਇਹ ਕਹਿੰਦਾ ਇਸ ਮੰਦਰ ਨੂੰ ਢਾ ਦਿਓ, ਮੈਂ 3 ਦਿਨਾਂ 'ਚ ਖੜਾ ਕਰ ਦੂੰਗਾ। ਯਿਸੂ ਮਸੀਹ ਜਦ ਕਿ ਉਸ ਮੰਦਰ ਦੀ ਗੱਲ ਨਹੀਂ ਕਰਦਾ, ਯਿਸੂ ਮਸੀਹ ਇਸ ਮੰਦਰ ਦੀ ਗੱਲ ਕਰਦਾ। ਪਰ ਲਾਤਾ ਪਰਚਾ ਦੋਨੇ ਕਰਤੇ ਦਰਜ। ਦੂਸਰਾ ਕਹਿੰਦਾ ਨਹੀਂ ਚੱਲਿਆ ਉਹ ਧਾਰਮਿਕ ਪਰਚਾ। ਫਿਰ ਕਹਿੰਦੇ ਇਹ ਤਾਂ ਇਹ ਵੀ ਕਹਿੰਦਾ, ਜਦੋਂ ਪਿਲਾਤੁਸ ਕਹਿੰਦਾ ਤੁਹਾਡੀ ਧਾਰਮਿਕ ਲੜਾਈ ਆ ਭਰਾਵਾ, ਲੈ ਜਾਓ ਇਹਨੂੰ, ਤੁਸੀਂ ਚੱਕ ਲਓ ਆਪਣਾ ਸਮਾਨ, ਜਾਓ ਭੱਜ ਜਾਓ। ਉਹ ਕਹਿੰਦੇ ਨਹੀਂ ਇਹ ਵੀ ਕਹਿੰਦਾ ਕਿ ਰਾਜਾ ਤਾਂ ਮੈਂ ਹੀ ਹਾਂ। ਤੇ ਪਿਲਾਤੁਸ ਕਹਿੰਦਾ ਤੂੰ ਰਾਜਾ ਹੈ। ਪ੍ਰਭੂ ਯਿਸੂ ਕਹਿੰਦੇ ਤੇਰਾ ਰਾਜ ਹੋ ਰਿਹਾ, ਮੇਰਾ ਰਾਜ ਤੇਰੇ ਵਾਲਾ ਨਹੀਂ ਹੈਗਾ, ਜਿੱਦਾਂ ਦਾ ਤੂੰ ਚੱਕੀ ਫਿਰਦਾ ਇੱਦਾਂ ਦਾ ਨਹੀਂ ਹੈਗਾ, ਮੇਰਾ ਰਾਜ ਹੋ ਰਿਹਾ। ਕਹਿੰਦੇ ਮੇਰਾ ਰਾਜ ਹੁੰਦਾ ਤਾਂ ਮੇਰੇ ਬੰਦਿਆਂ ਨੇ ਤੇਰੇ ਬੰਦਿਆਂ ਨਾਲ ਲੜਨਾ ਸੀਗਾ। ਮੈਂ ਉਹਨਾਂ ਨੂੰ ਕਹਿੰਦਾ ਚਲੋ ਵੀ ਹਥਿਆਰਬੰਦ ਜਥੇਬੰਦੀ ਬਣਾਓ, ਚਲੋ ਲੜੋ ਇਹਨਾਂ ਦੇ ਨਾਲ, ਆਪਣਾ ਰਾਜ ਸਥਾਪਿਤ ਕਰਦੇ ਹਾਂ। ਪ੍ਰਭੂ ਕਹਿੰਦਾ ਮੇਰੇ ਬੰਦੇ ਤੇਰੇ ਬੰਦੇ ਨੇ ਇਸ ਕਰਕੇ ਨਹੀਂ ਲੜਦੇ ਕਿਉਂਕਿ ਮੇਰਾ ਰਾਜ ਹੋ ਰਿਹਾ, ਤੇਰਾ ਰਾਜ। ਪ੍ਰਭੂ ਦਾ ਰਾਜ ਸਦਾ ਦਾ ਰਾਜ ਆ, ਪਰ ਪਿਲਾਤੁਸ ਦਾ ਰਾਜ ਅੱਜ ਹੈ ਨਹੀਂ। ਯਿਸੂ ਅੱਜ ਵੀ ਰਾਜਾ ਹੀ ਹੈ, ਯਿਸੂ ਕੱਲ੍ਹ ਵੀ ਰਾਜਾ ਹੀ ਸੀ, ਯਿਸੂ ਨੇ ਆਉਣ ਵਾਲੇ ਸਾਰੇ ਸਮੇਂ 'ਚ ਵੀ ਰਾਜਾ ਹੀ ਰਹਿਣਾ। ਇਸ ਲਈ ਜਿਹੜੀ ਉਹ ਗੱਲ ਕਹੀ ਗਈ, ਪੁੱਛਿਆ ਗਿਆ ਤੂੰ ਰਾਜਾ? ਉਹ ਕਹਿੰਦਾ ਹਾਂ ਮੈਂ ਰਾਜਾ ਹੀ। ਕਹਿੰਦਾ ਜੇ ਰਾਜਾ ਤੈਨੂੰ ਸੂਲੀ ਚੜਾਉਣ ਤੋਂ ਹੁਣ ਨਹੀਂ ਮੈਂ ਰੋਕ ਸਕਦਾ, ਤੈਨੂੰ ਸੂਲੀ ਚੜਾਉਣਾ ਹੀ ਪੈਣਾ। ਇਸ ਲਈ ਪ੍ਰਭੂ ਦੇ ਬੱਚਿਓ, ਇਸ ਗੱਲ ਨੂੰ ਸਮਝ ਜਾਓ ਕਿ ਤੁਹਾਡਾ ਇਕਰਾਰ ਕੀ ਹੈ। ਤੁਹਾਡਾ ਇਕਰਾਰ ਤੁਹਾਨੂੰ ਪਰਮੇਸ਼ਰ ਨਾਲ ਮਿਲਾਊਗਾ ਜਾਂ ਸ਼ੈਤਾਨ ਨਾਲ ਜਾਂ ਦੁਨੀਆ ਨਾਲ ਮਿਲਾ ਦਊਗਾ? ਦੁਨੀਆ ਨਾਲ ਮਿਲਾ ਦਊਗਾ। ਅਗਰ ਤੁਸੀਂ ਇਕਰਾਰ ਕਰਦੇ ਆ ਕਿ ਮੈਂ ਪਰਮੇਸ਼ਵਰ ਦਾ ਹਾਂ, ਮੈਂ ਪਾਪ ਨਹੀਂ ਕਰ ਸਕਦਾ, ਅਗਰ ਤੁਸੀਂ ਇਕਰਾਰ ਕਰਦੇ ਆ ਕਿ ਮੈਂ ਕਿਹਦਾ, ਯਿਸੂ ਮਸੀਹ ਦਾ ਇਕਰਾਰ ਸੀ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਤੇ ਮੈਂ ਉਹਦੇ ਵਾਲੇ ਕੰਮ ਕਰ ਸਕਦਾ ਬਈ, ਮੈਂ ਹੋਰ ਕਿਸੇ ਵਾਲੇ ਕੰਮ ਨਹੀਂ ਕਰ ਸਕਦਾ। ਇਸ ਕਰਕੇ ਉਹ ਸਤਾਇਆ ਗਿਆ। ਅੱਜ ਜਿਹੜਾ ਇਕਰਾਰ ਕਰੇਗਾ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ, ਮੈਂ ਪਰਮੇਸ਼ਰ ਵਾਲੇ ਹੀ ਕੰਮ ਕਰ ਸਕਦਾ ਭਾਈ, ਮੈਂ ਹੋਰ ਗਲਤ ਕੰਮ ਨਹੀਂ ਕਰ ਸਕਦਾ, ਉਹਨੇ ਵੀ ਸਤਾਇਆ ਜਾਣਾ। ਜਦੋਂ ਸਤਾਏ ਜਾਣਾ, ਯਿਸੂ ਮਸੀਹ ਨੇ ਕਿਹਾ ਸਾਰੀਆਂ ਕੌਮਾਂ ਨੇ ਮੇਰੇ ਨਾਮ ਕਰਕੇ ਤੁਹਾਡੇ ਨਾਲ ਬੈਰ ਰੱਖਣਾ, ਕਿਉਂਕਿ ਪਰਮੇਸ਼ਰ ਅਲੱਗ ਆ, ਸੰਸਾਰ ਅਲੱਗ ਆ। ਪਰਮੇਸ਼ਰ ਦੇ ਕੰਮ ਵੱਖਰੇ, ਸੰਸਾਰ ਦੇ ਕੰਮ ਵੱਖਰੇ, ਰਲਦੇ ਨਹੀਂ। ਜਦੋਂ ਰੋਮ ਸਾਮਰਾਜ ਰਾਜ ਕਰਦਾ ਸੀ, ਜਦੋਂ ਉਹਨਾਂ ਨੇ ਯਹੂਦੀਆਂ ਦਾ ਐਨਾਲਿਸਿਸ ਕਰਵਾਇਆ, ਯਹੂਦੀਆਂ ਦਾ ਸਰਵੇਖਣ ਕਰਾਇਆ, ਤੇ ਜਿਹੜੀ ਉਹਨਾਂ ਦੀ CID ਦੀ ਰਿਪੋਰਟ ਸੀਗੀ, ਇਹ ਸੀਗੀ ਇਹ ਕਿਸੇ ਨਾਲ ਨਹੀਂ ਰਲਦੇ। ਪਲੀਜ਼ ਸੁਣੋ, ਗੰਭੀਰਤਾ ਨਾਲ ਸੁਣੋ ਸਾਰੇ, ਪਲੀਜ਼ ਬੀ ਸੀਰੀਅਸ ਐਂਡ ਲਿਸਨ। ਸੁਣੋ ਸਾਰੇ ਧਿਆਨ ਦੇ ਨਾਲ।
बिल्कुल सुनो, रिपोर्ट इस है किसी नाल नहीं रलते। तो मसीह लोगों की रिपोर्ट की है? मसीह लोगों की रिपोर्ट ही है। CID जी यही रिपोर्ट दिंदी मसीह लोगों की, ये किसी नाल नहीं रलते, ये बखरे ही आ। हाँ जी, किदां दे? बखरे। बखरे किदां दे आ? जिद्दां परमेश्वर कहंदा उदां दे आ। हाँ जी, बखरे किदां दे? जिद्दां दा परमेश्वर उदां दे बनने तुरे आ, जिद्दां परमेश्वर कहंदा उदां करदे आ। बखरे इदां दे बखरे आ। इसलिए प्रभु दे बच्चो, तुसी वखरे। प्रभु कहंदा मैं तुहानूं इस संसार तो वखरे कर लिया, चुन लिया मैं तुहानूं वखरे। ते प्रभु दा वचन कहंदा अविश्वासियां नाल विश्वासी अणसावे ना जुतण। वखरे दा मतलब ये आ, झूठ वखरा हुंदा, सच वखरा हुंदा। झूठ ते सच किदां रला दोगे तुसी? नहीं रला सकते। जिद्दां अग ते पानी दा मेल है नहीं, झूठ ते सच दा मेल है नहीं। इदां ही मेल नहीं हुंदा, गल रलदी नहीं। रलदी क्यों नहीं? की कारण है क्यों नहीं रलदी? क्योंकि एक झूठ है, एक सच आ, फर्क इन्ना ही आ। इसलिए प्रभु दे बच्चों, इस गल नूं समझो, प्रभु यीशु मसीह दे नाम विच इस गल नूं समझो कि नमूना जिहने रखिया साडे अगे, उहनूं वखरा करता। जिन्हां विचों पैदा है यहूदी समाज विच, वो कहंदे साडा नहीं हैगा ये, साडा ये तो गलत बोलदा, ये तो कहंदा रब मेरा बाप आ, ये गलत बोलदा। ये तो कहंदा मैं मंदिर नूं 3 दिनां च बना दूं, ढा दो। तो रब दा मुंडा है ही आ ना, वो तो पुत्र तो हैगा ही है ना। हुण मनदे ही आ सारे, उन्हें नहीं मन्निया उदों, अज सानू नहीं मनते, मन जाणगे मरन तो बाद मन जाणगे। नहीं, जो मर जावांगे उदों मन जाणगे, मनना ही नहीं हैगा। हाँ जी, वो सूबेदार कहंदा ना, वो कहंदा भरावा धर्मी बंदा सी, उत्थे जिहड़ा खड़ा देखिया जिहने मौत दा नज़ारा, वो कहंदा भरावा धर्मी सीगा, असीं कहंदा एवें मारता है। इन्हीं कहना इस्तीफा नूं मारता, पर पता लगा ये धर्मी है। गल सुनो, सौलस उदा ही नहीं मसीह हो गया, इस्तीफान की मौत विच हिस्सा सी उहदा। वो कहंदा मारो इनू, पर बाद दे विच उहने देखिया उस वक्त, आह मुंडा यार जवान मुंडा, इनू असीं बट्टे मारे, इनू इन्ना कुटिया, इहदे पत्थर मारे, इहने गालां ही नहीं कड्ढियां, रौला ही नहीं पाया, ये प्रार्थना ही करी जांदा। ये कहंदा हे पिता मैं अपना आत्मा तेरे हत्थ सौंपदा, ये कहंदा है पिता इहनूं माफ कर दे जिहड़े मैनूं सताउंदे आ। उहदे अंदर गल तां बढ़ गई है ना। हालेलुया। जो प्रचार करन लगा भी इस्तीफान की गवाही जरूर दिंदा होना हो। इस करके गल इदां ही आ, जिहड़े अज सानूं कुट्टण वाले, मारन वाले, बेइज्जत करन वाले, होर तामझाम करन वाले साडे खिलाफ, वो एक दिन जान लैणगे कि इन्हां विच परमेश्वर आ, इन्हां दा होर कोई रौला नहीं हैगा, होर किसी चक्कर च नहीं हैगे, इन्हां च रब आ। आमीन। इसलिए इस गल नूं समझ जाओ कि प्रभु यीशु मसीह जद तक जमीन ते रहे, वो एक जीवन जिया उन्होंने, वो पवित्र जीवन जीना सी, इस करके औखे सी। वो कहंदे मैं किड्डा औखा रहूँगा। और दूसरी गल सी जान देनी सी। जो जान देनी सी, उदों की एक अवस्था आप पढ़ते हैं लूका दी इंजील दे विचों, आपां एक 22 अध्याय खोलते हैं, लूका दी इंजील दा 22 अध्याय, लूका दी इंजील 22 अध्याय। जीसस हालेलुया। प्रभु यीशु मसीह ने 41 वचन तो पढ़ते हैं, 22 अध्याय 41 वचन तो, लूका 22 41 तो पढ़ते हैं। तो उसने उन्हां तो कोई ढीम दी मार ते अलग जाके गोडे निवाए ते प्रार्थना करदे आख्या, हे पिता जे तेनू भावे तां प्याला मैथों हटा दे, तां भी मेरी मर्जी नहीं पर तेरी होवे। अते सुरगों एक दूत उहनूं विखाई दे के उहनूं सहारा दिंदा सी, अते वह महा कष्ट विच पै के मनो तोनों प्रार्थना करन लगा, और उहदा मुड़का लहू दियां बूंदां वांगू पुंजे डिगदा सी। ये अवस्था उस समय दी आ जदों जीवन तां जी लिया, हुण फड़वाए जाना, फिर क्रूसीफिकेशन होना, तसीहे होने, तसीहे होने, सलीब ते चढ़ाए जाना, वो समा आ गया हुण। तो प्रभु यीशु मसीह अपने शगिरदां नूं कहंदे तुसीं प्रार्थना करो, जिद्दां कोई जोर नाल ढीम मारे उन्नी दूरी ते जाके प्रभु यीशु मसीह उन्हां तो वखरे होके प्रार्थना करन लगे। प्रार्थना करदे शब्द कहे,
ਕਿ ਆ ਪ੍ਰਭੂ ਜੀ ਜੇ ਹੋ ਸਕੇ ਤਾਂ ਪਿਆਲਾ ਟਲ ਜਾਵੇ, ਪਰ ਮੇਰੀ ਮਰਜ਼ੀ ਨਾ ਪੂਰੀ ਹੋਵੇ, ਤੇਰੀ ਮਰਜ਼ੀ ਪੂਰੀ ਹੋਵੇ। ਬਹੁਤ ਸਾਰੇ ਜਿਹੜੇ ਆਲੋਚਕ ਆ ਉਹ ਕਹਿੰਦੇ ਆ ਯਿਸੂ ਮਸੀਹ ਭਾਜੂ ਹੋ ਗਏ ਸੀਗੇ, ਪਰ ਇੱਕ ਗੱਲ ਸੁਣੋ, ਯਿਸੂ ਪ੍ਰਭੂ ਸੀ ਪਰ ਇਨਸਾਨ ਬਣ ਕੇ ਜ਼ਮੀਨ ਤੇ ਆਏ, ਔਰ ਇਸ ਗੱਲ ਨੂੰ ਉਹਨਾਂ ਨੇ ਪੂਰਾ ਕਰਨਾ ਸੀ, ਇਸ ਗੱਲ ਨੂੰ ਵੀ ਪੂਰਾ ਕਰਨਾ ਸੀ ਕਿ ਮੇਰੇ 'ਚ ਘੁਮੰਡ ਹੈ ਨਹੀਂ। ਸਾਰਾ ਕੁਝ ਕਰਕੇ ਵੀ ਘੁਮੰਡ। ਅੱਜ ਸ਼ੈਤਾਨ ਦੀ ਹਾਲਤ ਇਦਾਂ ਦੀ ਆ, ਸ਼ੈਤਾਨੀ ਮਨੁੱਖਾਂ ਦੀ ਹਾਲਤ ਇਦਾਂ ਦੀ ਆ, ਫੁੱਲੇ ਫਿਰਦੇ ਆ, ਘੁਮੰਡੀ ਆ ਪੂਰੇ। ਮਾੜਾ ਜਿਹਾ ਕਿਸੇ ਦੀ ਹੈਲਪ ਕਰ ਦੇਣ ਉਹਨੂੰ 100 ਵਾਰੀ ਸੁਣਾਉਂਦੇ, ਸਾਰੀ ਜ਼ਿੰਦਗੀ ਥੱਲੇ ਲਾ ਕੇ ਰੱਖਦੇ। ਪਰ ਨਹੀਂ, ਪ੍ਰਭੂ ਇਦਾਂ ਦਾ ਨਹੀਂ ਹੈਗਾ। ਪ੍ਰਭੂ ਬੰਦੇ ਦਾ ਭਲਾ ਕਰ ਦਿੰਦਾ। ਉਹ ਕਹਿੰਦਾ ਜਾ, ਤੂੰ ਮੇਰੀ ਮਰਜ਼ੀ ਪੂਰੀ ਕਰਨੀ ਕਿ ਨਹੀਂ ਪੂਰੀ ਕਰਨੀ, ਤੇਰੀ ਮਰਜ਼ੀ ਆ। ਦੇਖੋ ਕਿੰਨੇ ਉਪਕਾਰ ਉਹਨੇ ਸਾਡੇ 'ਤੇ ਕੀਤੇ। ਮੈਨੂੰ ਪਤਾ ਮੇਰੀ ਆਪਣੀ ਜ਼ਿੰਦਗੀ ਦਾ, ਮੇਰੇ ਉੱਤੇ ਕਿੰਨੇ ਉਪਕਾਰ ਕੀਤੇ, ਪਰ ਮੇਰੇ ਉੱਤੇ ਜ਼ਬਰਦਸਤੀ ਨਹੀਂ ਉਹਦੇ ਕਦੀ ਕੀਤੀ, ਨਹੀਂ ਕੀਤੀ, ਨਹੀਂ ਕਰਦਾ ਜ਼ਬਰਦਸਤੀ ਉਹ। ਅੱਜ ਪ੍ਰਭੂ ਦੇ ਬੱਚਿਓ, ਉਹ ਪਰਮੇਸ਼ਵਰ ਆ, ਉਹ ਪ੍ਰਭੂ ਆ, ਪਰ ਮਨੁੱਖ ਬਣਿਆ। ਜਦੋਂ ਮਨੁੱਖ ਬਣਿਆ ਆ ਉਦੋਂ ਉਹਨੇ ਸਾਬਿਤ ਕਰਨਾ ਕਿ ਮੇਰੇ ਵਿੱਚ ਘੁਮੰਡ ਨਹੀਂ ਹੈਗਾ। ਮੈਂ ਕੱਲ ਨੂੰ ਇਹ ਨਹੀਂ ਕਹਿ ਸਕਦਾ ਮੈਂ ਕੁਰਬਾਨੀ ਦਿੱਤੀ ਬਈ। ਜਿੱਦਾਂ ਪਤਰਸ ਕਹਿੰਦਾ ਨਾ, ਪਤਰਸ ਕਹਿੰਦਾ ਮੈਂ ਤੇਰੇ ਲਈ ਜਾਨ ਦੇ ਦੂੰ, ਕਹਿੰਦਾ ਆ ਸਾਰੇ ਨੱਠ ਜਾਣ ਕੋਈ ਗੱਲ ਨਹੀਂ, ਮੈਂ ਨੱਠੂੰਗਾ। ਉਹ ਪ੍ਰਭੂ ਕਹਿੰਦਾ ਯਾਰ ਤੂੰ ਕਿਹੜੇ ਚੱਕਰ 'ਚ ਪੈ ਗਿਆ, ਤੇਰੇ ਲਈ ਤਾਂ ਦੁਆ ਕਰਕੇ ਤੈਨੂੰ ਖੜਾ ਕੀਤਾ। ਹਾਂਜੀ, ਤੇਰੇ ਲਈ ਦੁਆ ਕਰਕੇ ਤੈਨੂੰ ਖੜਾ ਕੀਤਾ, ਤੇਰੇ ਲਈ ਮੈਂ ਸਿਫਾਰਿਸ਼ ਕਰਦਾ ਪਰਮੇਸ਼ਰ ਦੇ ਅੱਗੇ, ਤੂੰ ਘਮੰਡ ਕਰੀ ਜਾਂਦਾ ਯਾਰ। ਅੱਜ ਦੇਖੋ ਪ੍ਰਭੂ ਦੇ ਬੱਚਿਓ, ਅੱਜ ਜੇ ਖੜਾ ਹੈ ਨਾ, ਪ੍ਰਭੂ ਦਾ ਬਚਨ ਕਹਿੰਦਾ ਜੇ ਕੋਈ ਖੜਾ ਆ ਤੇ ਘਮੰਡ ਨਾ ਕਰੇ, ਜੇ ਕੋਈ ਜੁੜਿਆ ਆ ਤੇ ਘਮੰਡ ਨਾ ਕਰੇ। ਕਿਰਪਾ ਹੀ ਆ ਉਹਦੀ, ਧੰਨਵਾਦ ਹੀ ਕਰੋ। ਉਹਨੂੰ ਕਹੋ ਪ੍ਰਭੂ ਹੈ ਤਾਂ ਨਿਕੰਮੇ ਹੀ ਆ, ਤੂੰ ਖੜੇ ਰੱਖਿਆ, ਹੈ ਤਾਂ ਨਿਕੰਮੇ ਹੀ ਆ, ਤੂੰ ਜੋੜੀ ਰੱਖਿਆ। ਇਹ ਆ ਤਰੀਕਾ। ਪ੍ਰਭੂ ਦੱਸਦੇ ਆ, ਨਮੂਨੇ ਦੀ ਗੱਲ ਸਿੱਖਦੇ ਆਪਾਂ। ਨਮੂਨਾ ਕੀ ਆ ਪ੍ਰਭੂ ਦਾ? ਕਿਉਂਕਿ ਪਤਰਸ ਕਿਉਂ ਕਹਿ ਗਿਆ ਨਮੂਨਾ ਉਹਨੇ ਰੱਖਿਆ ਸਾਡੇ ਅੱਗੇ? ਉਹਨੇ ਨਮੂਨਾ ਰੱਖਿਆ, ਘਮੰਡ ਨਾ ਕਰਿਓ, ਕੁਰਬਾਨੀ ਦਿਓ, ਆਪਣੀ ਜ਼ਿੰਦਗੀ ਦਾਅ ਤੇ ਲਾਇਓ, ਸੇਵਾ ਕਰਿਓ, ਨਿਰਸਵਾਰਥ ਹੋਇਓ, ਘਮੰਡ ਨਾ ਕਰਿਓ। ਜੇ ਘਮੰਡ ਹੀ ਕਰ ਲਿਆ ਤੁਹਾਡਾ ਫਲ ਖਰਾਬ ਹੋ ਜਾਣਾ, ਫਲਵੰਤ ਨਹੀਂ ਰਹਿਣਾ ਤੁਸੀਂ। ਸ਼ੈਤਾਨ ਨੇ ਇੰਨਾ ਕੁਝ ਕਰਕੇ ਘਮੰਡ ਹੀ ਕਰ ਲਿਆ, ਖਾਲੀ ਹੋ ਕੇ ਤੁਰਿਆ ਫਿਰਦਾ। ਇਸ ਲਈ ਪ੍ਰਭੂ ਦੇ ਬੱਚਿਓ, ਇਹ ਸਬਕ ਆ, ਨਮੂਨੇ ਵਿੱਚ ਇਹ ਗੱਲ ਸ਼ਾਮਿਲ ਆ ਕਿ ਯਾਰ ਤੁਹਾਡੇ ਪ੍ਰਭੂ ਯਿਸੂ ਮਸੀਹ ਨੇ ਕੁਰਬਾਨੀ ਦਿੱਤੀ, ਸਭ ਕੁਝ ਦੇ ਦਿੱਤਾ, ਸਭ ਕੁਝ ਦਾਅ ਤੇ ਲਾਤਾ, ਬੇਇੱਜ਼ਤੀ ਪੂਰੀ ਕਰਵਾ ਲਈ, ਠੱਠੇ ਮਜ਼ਾਕ ਚੱਲ ਲਏ। ਇੱਕ ਬਾਦਸ਼ਾਹ ਨੂੰ ਠੱਠੇ ਕਰਕੇ ਪੁੱਛਿਆ ਜਾ ਰਿਹਾ, ਇਹ ਬਾਦਸ਼ਾਹ ਆ, ਇਹਨੂੰ ਦੰਡਵਤ ਕਰੋ। ਅੱਖਾਂ ਬੰਨ ਕੇ ਉਹਨੂੰ ਪੁੱਛਿਆ ਜਾ ਰਿਹਾ, ਕਿਹਨੇ ਤੈਨੂੰ ਮਾਰਿਆ? ਤੂੰ ਤਾਂ ਅੰਤਰਜਾਮੀ ਆ। ਸਿਰ ਤੇ ਕੰਡਿਆਂ ਤਾਜ ਰੱਖ ਕੇ ਉਹਨੂੰ ਕਿਹਾ ਜਾ ਰਿਹਾ, ਉਹਦੇ ਬੈਂਗਣੀ ਚੋਗਾ ਪਾ ਕੇ ਉਹਨੂੰ ਕਿਹਾ ਜਾ ਰਿਹਾ, ਇਹ ਰਾਜਾ ਦੇਖੋ ਕਿੰਨਾ ਰਾਜਾ। ਉਪਹਾਸ ਕੀਤਾ ਗਿਆ, ਠੱਠੇ ਕੀਤੇ ਗਏ ਉਹਦੇ ਨਾਲ, ਪਰ ਉਹਨੇ ਆਪਣਾ ਮੂੰਹ ਨਹੀਂ ਖੋਲਿਆ, ਉਹਨਾਂ ਨੂੰ ਸ਼ਰਾਪ ਨਹੀਂ ਦਿੱਤਾ, ਉਹਨਾਂ ਨੂੰ ਗਾਲੀ ਨਹੀਂ ਦਿੱਤੀ। ਇਹ ਨਮੂਨਾ ਆ। ਆਮੀਨ। ਇਹ ਕੀ ਹੈ? ਇਹ ਨਮੂਨਾ ਆ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਇਸ ਲਈ ਪ੍ਰਭੂ ਦੇ ਬੱਚਿਓ, ਇਸ ਗੱਲ ਨੂੰ ਸਮਝੋ, ਜਿਹੜਾ ਨਮੂਨਾ ਆ, ਜਿਹੜਾ ਸਾਨੂੰ ਪ੍ਰਭੂ ਨੇ ਦਿੱਤਾ, ਇਹਨੂੰ ਅਸੀਂ ਗ੍ਰਹਿਣ ਕਰੀਏ ਔਰ ਨਮੂਨੇ ਦੇ ਅਨੁਸਾਰ ਜੀਏ, ਨਮੂਨੇ ਦੇ ਅਨੁਸਾਰ ਜੀਏ, ਉਹਨੂੰ ਪੂਰਾ ਕਰੀਏ। ਪ੍ਰਭੂ ਯਿਸੂ ਨੇ ਕਿਹਾ ਮੇਰੀ ਮਰਜ਼ੀ ਨਹੀਂ, ਤੇਰੀ ਮਰਜ਼ੀ ਪੂਰੀ ਹੋਵੇ। ਪ੍ਰਭੂ ਯਿਸੂ ਮਸੀਹ ਨੇ ਆਪਣੇ ਪਿਤਾ ਨਾਲ ਇਹ ਗੱਲ ਕੀਤੀ ਆ। ਇੱਕ ਬੇਟਾ ਆਪਣੇ ਬਾਪ ਨਾਲ ਗੱਲ ਕਰ ਰਿਹਾ, ਉਹ ਕਹਿ ਰਿਹਾ ਮੈਂ ਕਮਜ਼ੋਰ ਹਾਂ, ਮੈਨੂੰ ਸਹਾਇਤਾ ਚਾਹੀਦੀ ਹੈ। ਆਏ ਪ੍ਰਭੂ ਦੇ ਬੱਚਿਓ, ਹਰ ਰੋਜ਼ ਪ੍ਰਭੂ ਦੇ ਅੱਗੇ ਸਾਨੂੰ ਇੱਦਾਂ ਰਹਿਣਾ ਚਾਹੀਦਾ। ਹਰ ਮੁਸੀਬਤ ਦੇ ਸਮੇਂ, ਹਰ ਉਲਟੇ ਹਾਲਾਤ ਦੇ ਸਮੇਂ, ਹਰ ਉਲਟੇ ਘੜੇ ਸਮੇਂ ਪ੍ਰਭੂ ਦੇ ਅੱਗੇ ਇੱਦਾਂ ਰਹੀਏ, ਪ੍ਰਭੂ ਅੱਜ ਮੈਨੂੰ ਤੇਰੀ ਲੋੜ ਆ। ਜੇ ਤੁਸੀਂ ਪ੍ਰਭੂ ਅੱਜ ਮੇਰੀ ਮਦਦ ਨਾ ਕੀਤੀ ਹੈ ਨਾ, ਮੈਂ ਕੁਛ ਨਹੀਂ ਕਰ ਸਕਦਾ। ਹਰ ਰੋਜ਼ ਇੱਦਾਂ ਰਹੀਏ। ਆਮੀਨ। ਹਰ ਰੋਜ਼ ਇੱਦਾਂ ਰਹੀਏ ਕਿ ਪ੍ਰਭੂ ਅੱਜ ਮੈਨੂੰ ਤੇਰੀ ਲੋੜ ਆ, ਜੇ ਤੁਸੀਂ ਅੱਜ ਮੇਰੀ ਮਦਦ ਨਾ ਕੀਤੀ ਮੈਂ ਗਿਆ। ਪ੍ਰਭੂ ਜੀ ਨੇ ਕਿਹਾ ਨਾ, ਪ੍ਰਭੂ ਜੀ ਨੇ ਸਿਖਾਇਆ ਪ੍ਰਾਰਥਨਾ ਦੇ ਵਿੱਚ ਕਿ ਪ੍ਰਭੂ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਾਨੂੰ ਪਰਤਾਵੇ ਵਿੱਚ ਨਾ ਲਿਆ। ਬੜੀ ਵੱਡੀ ਗੱਲ ਕਹੀ ਪ੍ਰਭੂ ਨੇ। ਉਹ ਇਹੀ ਗੱਲ ਅੱਜ ਪ੍ਰਭੂ ਜੀ ਪੂਰਾ ਕਰ ਰਹੇ ਆਪਣੇ ਜ਼ਮੀਨ 'ਚ, ਆਪਣੇ ਜੀਵਨ 'ਚ। ਪਰ ਜੇ ਪ੍ਰਭੂ ਸਾਨੂੰ ਚੈੱਕ ਕਰੇ ਨਾ, ਕੋਈ ਨਹੀਂ ਖਰਾ ਨਿਕਲ ਸਕਦਾ। ਇਸ ਕਰਕੇ ਪ੍ਰਭੂ ਨੂੰ ਕਹੋ, ਪ੍ਰਭੂ ਜੇ ਤੂੰ ਮੈਨੂੰ ਚੈੱਕ ਕੀਤਾ ਨਾ, ਮੈਂ ਗਿਆ। ਪ੍ਰਭੂ ਮੈਨੂੰ ਚੈੱਕ ਨਾ ਕਰੀ, ਮੇਰਾ ਪਰਤਾਵਾ ਨਾ ਕਰੀ, ਮੈਨੂੰ ਪਰਖੀ ਨਾ,
बस इदां ही प्यार नाल चला ला, ये तेरी कृपा है। आमीन। प्रभु तू परताई ना मैनू। प्रभु जी सानू सिखाया उन्हें कि प्रभु नू कहो पिता मैनू परतावे विच ना लियाई, जे तू मैनू चेक किया ना मेरी छुट्टी हो जानी, मैं जांदा लगना। आमीन। ये नमूने की गल आ। अजे बहुत सारे मेहनत करते हैं, बहुत कुछ वधिया चलते हैं, पर घुमंड भी करते हैं। बहुत सारे भैन भाई बहुत वर्त रख सकते हैं, कई इदा 40-40 वर्त रखते, कई 40-40 दिन रात के वर्त रखते हैं, कई बेचारे इदा के मेरे वर्गे मेरे शाम को गल बंद जहा होने लग जाता, रख नहीं होंदा पूरा, बच्चे जवाब जहा होने लग जाता। कईयों का शरीर नहीं इस एबल हैगा, योग हैगा कि 40 वर्त रख सके। एक बंदा 40 दिन रात के वर्त रख लेंदा, वो पर 40 दिन रात वर्त रखने वाला दूसरे को होर तरह देखता, वो मैं 40 दिन 40 रात वर्त रखे, तू एक भी नहीं रखता यार, दस तेरा तो कम ही खराब है। जोड़ा कम खराब वाला वह भी कम बन जू। हाँ जी, जी वो गल समझ लवे तो वो खुदा दे गए जो खुदा मेरे तो नहीं रख होंदा प्रभु, मैनू चक्कर आउण लग पैंदा प्रभु, कह सकदा कि नहीं। हाँ जी, सच बोलण तो ना डरो रब दे अगे, जिद्दां दे हैगे उद्दां दा बोलो। गल ये है जे दुआ हुंदी धन्नवाद है, जे नहीं हुंदी उहनूं प्रभु नूं कहो प्रभु मेरे तो हुंदी नहीं हैगी, मैं तू करा, मैं करना चाहुंदा, कहो तो सही उहनूं। सच ही नहीं बोलते। पर एक गल सुनो यीशु मसीह दे सामर्थी नाम विच, जे कोई वधीक मेहनत करदा उहदे लई प्रभु दा धन्नवाद है, शुक्र है कि उहनूं प्रभु ने हिम्मत दे दी है। पर जे किसे तो थोड़ी हुंदी है ना, तो प्रभु दे अगे होर अधीन हो जाए, होर हलीम हो जाए, होर नम्र हो जाए, वो पै जाए लम्मा प्रभु दे अगे मूँह भाने पै जाए, वो कहे प्रभु मेरी बस आ। हालेलुया। प्रभु का चल तेन चक दे आउण, चक दूगा। हालेलुया। जिद्दां सरदूल मलूक वालिया गाउंदा, कहंदा दुखी गरीबां दे यीशु उच्चे झंडे कर दिंदा है। किदां करदा, जिहड़े दुखी गरीब डिगे होए कहंदा उहदे झंडे उच्चे करदा, कहंदा ओहदे भी हो गए, वो कहंदा तुहाडे भी कर देने उहने। गल ये आ, डिगता जाओ ਉਹਦੇ अगे। प्रभु यीशु मसीह ने नमूना रखा साडे अगे, और डिग गए। आमीन। उन्हें नहीं सोचा मैं प्रभु हाँ यार, मैं आ करदा चंगा लगदा। अज आलोचक इस गल ते आलोचना करते, आलोचना करते। पर एक गल आ, प्रभु ने नमूना रखा साडे अगे कि मैं मनुख बन के संसार में आया, मैं पूरा पवित्र सी, पर मैं घुमंडी नहीं सी। घुमंडी यीशु मसीह जे इदां ना करदा तां भी उन्हें सही रहना सी, पर घुमंड भी तो पाप आ ना, कि नहीं। घुमंड भी तो, जे घुमंड कर लैंदा फिर भी तो पाप हो जाना सी ना। फिर भी वो मुक्ति नहीं सी लिया सकदा साडे लई, मर भावें जांदा पर साडे लई मुक्ति नहीं सी लिया सकदा। इसलिए वो पूर्ण प्रभु जानता सी कि मैं इस दुनिया में किदां जीना, इसलिए उन्हें घुमंड नहीं किया। उन्हें अपने घुमंड नूं, अपने अंदरले स्वाभिमान नूं खत्म करने दे लई और दस्सण दे लई शैतान और इंसान और परमेश्वर नूं कि मैं घुमंडी नहीं हैगा, ये बोलिया मेरी मर्जी नहीं तेरी मर्जी पूरी हो सके तो पहला टल जाए, मेरी मर्जी नहीं पर तेरी मर्जी पूरी। अज अपनी प्रार्थना पारदर्शी ढंग नाल परमेश्वर नाल गल करते हुए कहो परमेश्वर मैं कमजोर हाँ, मैं तो सह नहीं हुंदा, बहुत कुछ आ जो तुसीं चल रहे हैं जमीन ते तुहाडे उत्ते आ रहा, कष्ट आ, सताव आ, किन्ने प्रकार दी परेशानियां नहीं सह हुंदियां। तुसीं अपने पिता नूं कह सकदे हैं पिता मैं तो सह नहीं हुंदा, आ रहा मेरे उत्ते सब कुछ, पर मेरे सहन तो ये साडे लई नमूना प्रभु ने रखा। अई प्रभु नूं कहिए प्रभु मेरे उत्ते आ तां गया आ, पर मैं इहदा सामना करके जित नहीं सकता। योशाफाट कहंदा परमेश्वर असीं लड़ाई करके इन्हां नाल जित नहीं सकते। आई परमेश्वर अगे कहो परमेश्वर मेरे उत्ते विपता आ तां गई आ, पर मैं अपने बल नाल अपनी योग्यता नाल मैं इस विपता ते जित नहीं सकता, नहीं जित सकता। अगर ईमानदारी नाल परमेश्वर दे अगे गल बोलूंगे तो तुहाडा परमेश्वर तुहानूं चुकूगा और सहारा देगा।
ਤੁਸੀਂ ਇਕੱਲੇ ਨਹੀਂ ਰਹੋਗੇ ਉਸ ਵਿਪਤਾ ਦੇ ਵਿੱਚ। ਬਹੁਤ ਸਾਰੇ ਭੈਣ ਭਾਈ ਆਪਣੀ ਵਿਪਤਾ ਵਿੱਚ ਆਪਣੇ ਨੂੰ ਇਕੱਲੇ ਦੇਖ ਰਹੇ ਆ। ਉਹਦਾ ਇੱਕੋ ਹੀ ਕਾਰਨ ਆ ਕਿ ਉਹਨਾਂ ਨੇ ਅਜੇ ਤੱਕ ਪਰਮੇਸ਼ਵਰ ਨਾਲ ਸੱਚ ਨਹੀਂ ਬੋਲਿਆ। ਉਹਨਾਂ ਨੇ ਅਜੇ ਤੱਕ ਪਰਮੇਸ਼ਵਰ ਨਾਲ ਸੱਚ ਨਹੀਂ ਬੋਲਿਆ। ਬਹੁਤ ਸਾਰੇ ਭੈਣ ਭਾਈ ਲੰਬੇ ਸਮੇਂ ਤੋਂ ਕਰਜ਼ੇ ਦੇ ਥੱਲੇ ਚੱਲ ਰਹੇ। ਉਹਨਾਂ ਦੇ ਕਿ ਮੈਂ ਬੇਨਤੀ ਕਰਦਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ, ਉਹ ਆਪਣੇ ਪਰਮੇਸ਼ਵਰ ਨਾਲ ਸੱਚ ਬੋਲੋ। ਆਪਣੇ ਪਰਮੇਸ਼ਵਰ ਨੂੰ ਕਹੋ, ਪਰਮੇਸ਼ਵਰ ਮੈਂ ਕਰਜ਼ਾ ਲਾਉਂਦਾ 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 ਹੋਰ ਚੜਾਈ ਜਾ ਰਿਹਾ, ਪਰ ਮੇਰੇ ਤੋਂ ਨਹੀਂ ਲਿੱਥ ਰਿਹਾ। ਪਰਮੇਸ਼ਵਰ ਨਹੀਂ ਲਿੱਥ ਰਿਹਾ। ਬਹੁਤ ਸਾਰੇ ਵਿਸ਼ੇਸ਼ ਪਾਪਾਂ ਦੇ ਹੇਠ ਆ, ਐਡਿਕਸ਼ਨ ਆ ਪਾਪਾਂ ਦੀ, ਆਦਤਾਂ ਪੈ ਗਈਆਂ। ਪ੍ਰਭੂ ਨੂੰ ਕਹੀਏ, ਪ੍ਰਭੂ ਮੈਂ ਇਹਨਾਂ ਪਾਪਾਂ ਨਾਲ ਲੜਦਾ ਲੜਦਾ ਕੋਸ਼ਿਸ਼ ਕਰ ਰਿਹਾ, ਪਰ ਮੇਰੇ ਤੋਂ ਫਤਿਹ ਨਹੀਂ ਪੈ ਰਹੀ। ਬਹੁਤ ਸਾਰੇ ਵੱਖ-ਵੱਖ ਅਵਸਥਾਵਾਂ ਨਾਲ ਜੂਝ ਰਹੇ ਆ। ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਇਸ ਦੁਨੀਆ ਵਿੱਚ ਜੂਝ ਰਹੇ ਆ। ਪਰ ਇੱਕ ਗੱਲ ਨੂੰ ਪ੍ਰਭੂ ਦੇ ਅੱਗੇ ਸੱਚ ਬੋਲ ਕੇ ਰੱਖੋ ਕਿ ਪ੍ਰਭੂ ਮੈਂ ਜੂਝਦਾ ਰਿਹਾ ਹਾਂ, ਪਰ ਜਿੱਤ ਨਹੀਂ ਰਿਹਾ। ਤੇਰੇ ਤੋਂ ਬਿਨਾਂ ਮੈਂ ਜਿੱਤ ਨਹੀਂ ਸਕਦਾ, ਤੇਰੇ ਤੋਂ ਬਿਨਾਂ ਮੈਂ ਕਾਮਯਾਬ ਨਹੀਂ ਹੋ ਸਕਦਾ। ਅਗਰ ਤੁਸੀਂ ਸੱਚ ਬੋਲੋਗੇ, ਤੁਹਾਡਾ ਪਰਮੇਸ਼ਰ ਤੁਹਾਨੂੰ ਚੁੱਕ ਲਊਗਾ ਯਿਸੂ ਮਸੀਹ ਨਾਸਰੀ। ਇਸ ਲਈ ਪ੍ਰਭੂ ਦੇ ਬੱਚਿਓ, ਅੱਜ ਇਸ ਗੱਲ ਨੂੰ ਸਮਝੋ ਕਿ ਯਿਸੂ ਮਸੀਹ ਨਮੂਨਾ ਰੱਖ ਕੇ ਗਿਆ ਸਾਡੇ ਅੱਗੇ। ਆਮੀਨ, ਹਾਲੇਲੂਇਆ। ਜਦੋਂ ਪ੍ਰਾਰਥਨਾ ਕਰ ਰਿਹਾ, ਉਸ ਵਕਤ ਕੀ ਹੋਇਆ? ਅਤੇ ਸੁਰਗੋਂ ਇੱਕ ਦੂਤ ਉਹਨੂੰ ਵਿਖਾਈ ਦੇ ਕੇ ਉਹਨੂੰ ਸਹਾਰਾ ਦਿੰਦਾ ਸੀ। ਸੁਰਗੋਂ ਇੱਕ ਦੂਤ ਉਤਰਿਆ, ਉਹਨੂੰ ਦਿਖਾਈ ਦਿੱਤੀ ਤੇ ਉਹਨੂੰ ਕੀ ਦੇ ਰਿਹਾ? ਅਗਰ ਤੁਸੀਂ ਪਰਮੇਸ਼ਰ ਨਾਲ ਸੱਚ ਬੋਲੋਗੇ, ਤੁਸੀਂ ਪਰਮੇਸ਼ਰ ਦੇ ਦੂਤਾਂ ਨੂੰ ਦੇਖੋਗੇ, ਪਵਿੱਤਰ ਆਤਮਾ ਨੂੰ ਦੇਖੋਗੇ, ਤੁਸੀਂ ਉਹਦੇ ਕੰਮਾਂ ਨੂੰ ਦੇਖੋਗੇ, ਸਹਾਰਾ ਦੇਖੋਗੇ ਤੁਸੀਂ ਆਪਣੇ ਜੀਵਨ ਦੇ ਵਿੱਚ। ਇਹ ਨਮੂਨਾ ਹੈ। ਅਗਰ ਕੋਈ ਵਿਅਕਤੀ ਆਪਣੇ ਪ੍ਰਭੂ ਨਾਲ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦਾ ਤੇ ਸਹਾਰਾ ਵੀ ਨਾ ਉਡੀਕੇ। ਸਭ ਤੋਂ ਵੱਡਾ ਯਿਸੂ ਆ, ਔਰ ਉਹ ਆਪਣੇ ਆਪ ਨੂੰ ਦੀਨ ਪੇਸ਼ ਕਰ ਰਿਹਾ, ਆਪਣੇ ਆਪ ਨੂੰ ਦੀਨ ਪੇਸ਼ ਕਰ ਰਿਹਾ, ਕਮਜ਼ੋਰ ਪੇਸ਼ ਕਰ ਰਿਹਾ। ਇਸ ਲਈ ਪ੍ਰਭੂ ਦੇ ਬੱਚੇ, ਜਦੋਂ ਇੱਕ ਸਭ ਤੋਂ ਵੱਡਾ ਪ੍ਰਭੂ ਆਪਣੇ ਆਪ ਨੂੰ ਦੀਨ ਬਣਾ ਕੇ ਪੇਸ਼ ਕਰ ਰਿਹਾ, ਕਮਜ਼ੋਰ ਬਣਾ ਕੇ ਪੇਸ਼ ਕਰ ਰਿਹਾ, ਅਧੀਨ ਬਣਾ ਕੇ ਪੇਸ਼ ਕਰ ਰਿਹਾ, ਤੇ ਤੂੰ ਮੈਂ ਕੀ ਚੀਜ਼ ਆ? क्यों ना दीन हो जाइए, क्यों ना अधीन हो जाइए, क्यों ना हलीम हो जाइए, क्यों ना अपने पिता नाल सच बोलना शुरू कर दईए। आओ इस जगह ते यीशु मसीह दे सामर्थी नाम विच, जो तुसीं इस जगह ते आ जाओगे, सहारा आउण लग जाऊगा तुहाडे लई। बहुत सारे भैन भाई सहारा उड़ीक रहे हैं, पर सहारा नहीं आ रहा। ਉਹਦਾ ਇੱਕੋ ਹੀ ਕਾਰਨ ਆ ਕਿ ਆਪਣੇ ਪਰਮੇਸ਼ਵਰ ਨਾਲ ਅਜੇ 100% ਸੱਚ ਨਹੀਂ ਬੋਲਿਆ। ਇਹ ਕਾਰਨ ਆ, ਇੱਕੋ ਹੀ ਕਾਰਨ ਆ। 100% ਸੱਚ ਆਪਣੇ ਪਰਮੇਸ਼ਵਰ ਨਾਲ ਬੋਲੋ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਅਸੀਂ ਜਿਸ ਯਿਸੂ ਨੂੰ ਮੰਨਦੇ ਹਾਂ, ਉਹ 100% ਸੱਚ ਬੋਲਦਾ। ਉਹਨੇ ਕਿਹਾ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ, ਔਰ ਆਪਣੇ ਬਾਰੇ ਵੀ ਸੱਚ ਸੱਚ ਬੋਲਦਾ। ਅਸੀਂ ਕਈ ਵਾਰੀ ਦੂਜਿਆਂ ਦੇ ਬਾਰੇ ਸੱਚ ਸੱਚ ਬੋਲਣ ਦੀ ਬਹੁਤ ਜ਼ਰੂਰਤ ਰੱਖਦੇ ਹਾਂ, ਪਰ ਆਪਣੇ ਅੰਦਰਲੇ ਸੱਚ ਸੱਚ ਨੂੰ ਨਹੀਂ ਬੋਲਦੇ। ਅਗਰ ਅਸੀਂ ਆਪਣੇ ਅੰਦਰਲੇ ਸੱਚ ਸੱਚ ਨੂੰ ਬੋਲਣਾ ਸ਼ੁਰੂ ਕਰ ਦਈਏ, ਯਿਸੂ ਦੇ ਨਾਮ ਵਿੱਚ ਸਾਡਾ ਅੰਦਰ ਤੋਂ ਪ੍ਰਭੂ ਨਾਲ ਰਿਲੇਸ਼ਨ ਹੋ ਜਾਊਗਾ, ਅੰਦਰ ਤੋਂ ਪ੍ਰਭੂ ਨਾਲ ਰਿਸ਼ਤਾ ਹੋ ਜਾਊਗਾ, ਔਰ ਪ੍ਰਭੂ ਦੇ ਅੰਦਰ ਤੋਂ ਸਾਡੇ ਲਈ ਸਾਰੀ ਆਸ਼ੀਸ਼ ਆਣੀ ਸ਼ੁਰੂ ਹੋ ਜਾਊਗੀ। ਫਸੇ ਹੋਏ ਹੋ ਕਿਸੇ ਨਾ ਕਿਸੇ ਚੱਕਰ ਦੇ ਵਿੱਚ, ਫਸੇ ਹੋਏ ਹੋ ਕਿਸੇ ਨਾ ਕਿਸੇ ਚੱਕਰ ਦੇ ਵਿੱਚ, ਪਰ ਉਸ ਚੱਕਰ ਨੂੰ ਖੁਦਾਵੰਦ ਦੇ ਨਾਲ ਸਾਂਝਾ ਨਹੀਂ ਕਰਦੇ, ਪੂਰਨ ਬੋਲ ਕੇ ਸਾਂਝਾ ਨਹੀਂ ਕਰਦੇ। ਇਹ ਸਾਡੀ ਪ੍ਰੋਬਲਮ ਹੈ ਪ੍ਰਭੂ ਦੇ ਬੱਚੋ। ਇਸ ਪ੍ਰੋਬਲਮ ਨੂੰ ਯਿਸੂ ਦੇ ਨਾਮ ਵਿੱਚ ਠੀਕ ਸੋਲਵ ਕਰੋ। ਇਹ ਤੁਸੀਂ ਕਰਨੀ, ਇਹ ਮੈਂ ਕਰਨੀ, ਇਹ ਪਰਮੇਸ਼ਰ ਨੇ ਨਹੀਂ ਕਰਨੀ। ਇਹ ਪ੍ਰੋਬਲਮ ਪਰਮੇਸ਼ਰ ਨੇ ਸੋਲਵ ਨਹੀਂ ਕਰਨੀ। ਸੱਚ ਬੋਲਣ ਦੀ, ਪਰਮੇਸ਼ਰ ਨਾਲ ਸੱਚ ਬੋਲਣ ਦੀ ਪ੍ਰੋਬਲਮ ਪਰਮੇਸ਼ਰ ਨੇ ਸੋਲਵ ਨਹੀਂ ਕਰਨੀ। ਇਹ ਤੂੰ ਅਤੇ ਮੈਂ ਹੀ ਕਰਨੀ। ਪਰਮੇਸ਼ਰ ਨਾਲ ਸੱਚ ਬੋਲਣਾ। ਪਰਮੇਸ਼ਰ ਸਾਡੀ ਇਮਾਨਦਾਰੀ ਇੰਨੀ ਚਾਹੁੰਦਾ ਆ ਕਿ ਅਸੀਂ ਉਹਦੇ ਨਾਲ ਸੱਚ ਬੋਲਦੇ ਹਾਂ। ਯਿਸੂ ਨੇ ਆਪਣੇ ਪਿਤਾ ਪਰਮੇਸ਼ਰ ਨਾਲ ਸੱਚ ਬੋਲਿਆ, ਔਰ ਕਿਆ ਹੋ ਸਕਦਾ ਤਾਂ ਪਿਆਲਾ ਟਲ ਜਾਏ, ਪਰ ਮੇਰੀ ਮਰਜ਼ੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਮੈਂ ਇਸ ਵਕਤ ਡਿਸੇਬਲ ਹਾਂ, ਅਯੋਗ ਹਾਂ ਇਸ ਵਕਤ, ਪਰ ਮੈਂ ਆਪਣੀ ਮਰਜ਼ੀ ਪੂਰੀ ਕਰਨ ਦੇ ਲਈ ਅੱਜ ਵੀ ਸੁਤੰਤਰ ਨਹੀਂ ਹਾਂ। ਆਮੀਨ। ਮੈਂ ਅਯੋਗ ਹਾਂ ਆਪਣੇ ਅੰਦਰੋਂ, ਪਰ ਮੈਂ ਆਪਣੀ ਮਰਜ਼ੀ ਪੂਰੀ ਕਰਨ ਦੇ ਲਈ ਸੁਤੰਤਰ ਨਹੀਂ ਹਾਂ। ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਅਯੋਗ ਹਾਂ ਪਰਮੇਸ਼ਰ ਦੇ ਸਾਹਮਣੇ, ਪਰ ਪਰਮੇਸ਼ਰ ਦੇ ਸਾਹਮਣੇ ਆਪਣੀ ਮਰਜ਼ੀ ਪੂਰੀ ਕਰਨ ਲਈ ਅਸੀਂ ਸੁਤੰਤਰ ਨਹੀਂ ਹਾਂ। ਇਸ ਲਈ ਪ੍ਰਭੂ ਦੇ ਬੱਚਿਓ, ਇਹ ਬੜੀ ਗੰਭੀਰ ਗੱਲ ਆ, ਇਹਨੂੰ ਸਮਝੋ।
ਇਹਨੂੰ ਸਮਝੋ। ਅਸੀਂ ਆਪਣੀਆਂ ਮਰਜ਼ੀਆਂ ਪੂਰੀਆਂ ਕਰਨ ਦੇ ਲਈ ਮਸੀਹੀ ਨਹੀਂ ਬਣੇ। अब बहुत सारे मसीही परमेश्वर तो अपन मर्जियां पूरियां करवाने लगे हो रात दिन, पर परमेश्वर की मर्जी पूरी करने के लिए कितने चाहत नहीं हैगी। यीशु मसीह के नाम पर इस गल समझो, परमेश्वर तुहाडी इच्छा पूरी करेगा, पर उस तो पहला अपनी ईमानदारी दिखाओ कि परमेश्वर मैं तेरी इच्छा पूरी करने के लिए समर्पित हाँ। हालेलुया, हालेलुया। प्रार्थना की गल पढ़ने, प्रार्थना 44 बचन की प्रार्थना है। यीशु मसीह ਅਤੇ ਉਹ ਮਹਾ ਕਸ਼ਟ ਵਿੱਚ ਪੈ ਕੇ ਮਨੋ ਤਨੋ ਪ੍ਰਾਰਥਨਾ ਕਰਨ ਲੱਗਾ, ਔਰ ਉਹਦਾ ਮੁੜਕਾ ਲਹੂ ਦੀਆਂ ਬੂੰਦਾਂ ਵਾਂਗੂ ਪੁੰਜੇ ਡਿੱਗਦਾ ਸੀ। ਯੀਸ਼ੂ ਮਹਾ ਕਸ਼ਟ ਵਿੱਚ ਪੈ ਕੇ ਪ੍ਰਾਰਥਨਾ ਕਰਨ ਲੱਗਾ। ਕੋਈ ਕਸ਼ਟ ਨਹੀਂ ਸੀ ਉਸ ਵਕਤ, ਬਾਗ ਸੀ, ਬਾਗ ਵਾਟਿਕਾ ਵਿੱਚ ਸੀ ਯੀਸ਼ੂ ਮਸੀਹ। ਕਾਹਦਾ ਕਸ਼ਟ ਹੋ ਸਕਦਾ ਹੈ? अजे फड़न कोई नहीं आया, कुटमार कोई नहीं हुई, तसिया कोई नहीं होया, कोई खंजर नहीं मारिया अजे, कोई कुछ नहीं मारिया अजे, पर यीशु मसीह काहदे विच आ? महाकष्ट विच। काहदे विच आ? ये महाकष्ट केड़ा भाई? अजे तो होया कुछ नहीं, होया कुछ नहीं। शरीर दे उत्ते कष्ट झेलण तो पहला यीशु मसीह ने आत्मा दे उत्ते उहनूं झल लिया। शरीर के उत्ते वो कष्ट झेलण तो पहला यीशु मसीह ने आत्मा के उत्ते उन्होंने चल लिया। अज मेरे भैन भरा यीशु मसीह के नाम में मैं तुहाडे अगे बेनती करदा, शरीर के उत्ते कष्ट होने तो पहला आत्मा के उत्ते कष्ट चल लओगे तो शरीर के उत्ते आने वाला कष्ट तुहानू बिल्कुल इदां इदां नहीं कर सकूगा, बिल्कुल नहीं। अज जेडे घुटनियां उत्ते आके आत्मा में कष्ट नहीं चलते, उन्होंने शरीर में आने वाले कष्ट जोड़े है ना मलिया मेट कर देंगे। कष्टों तो ना डरो, समस्याओं तो ना डरो, मुसीबत तो ना डरो। जिहड़ा लाइटेड सीगा, जिहड़ा चानन नाल भरिया होया सीगा, ओदी शब्दावली ये आ, कहंदा कौन मैनू मसीह दे प्यार तो वखरा करूगा। कष्ट उहदे विच जाण तो पहले एक गल समझो, ਉਹਦਾ ਉਹ ਮਹਾ ਕਸ਼ਟ ਵਿੱਚ ਪੈ ਕੇ ਮਨੋ ਤਨੋ ਪ੍ਰਾਰਥਨਾ ਕਰਨ ਲੱਗਾ। ਕਿਦਾਂ ਪ੍ਰਾਰਥਨਾ ਕਰਨ ਲੱਗਾ? ਮਨੋ ਅਤੇ ਤਨੋ। ਮਨ ਤੋਂ ਵੀ ਕਰਦਾ ਸੀ ਤੇ ਤਨ ਤੋਂ ਵੀ ਕਰਦਾ ਸੀ, ਸਰੀਰ ਤੋਂ ਵੀ ਕਰਦਾ ਸੀ। ਅੱਜ ਬਹੁਤ ਸਾਰੇ ਕਹਿੰਦੇ ਆ ਉੱਚੀ ਪ੍ਰਾਰਥਨਾ ਕਾਹਲੀ ਕਰੀ ਜਾਂਦੇ, ਤੁਸੀਂ ਕਾਹਲੀ ਬੋਲਦੇ ਆ, ਉੱਚੀ ਰੌਲਾ ਕਾਹਲੀ ਪਾਉਂਦੇ ਆ, ਕੀ ਲੋੜ ਹੈ ਰੌਲਾ ਪਾਉਣ ਦੀ? यीशु मसीह का पसीना लहू दे लहू वांगू निकलता सी। मतलब वो चमड़ी इन्नी रेडिश हो चुकी सी, लाल हो चुकी सी कि पसीने का रंग जिहड़ा वो लाल दीदा सी। बहुत सारे लोग इस गल नाल सहमत नहीं है कि मसीह लोग जिहड़े उची उची बोल के प्रार्थना क्यों करते हैं, वो जिहड़े नहीं समझते वो ना होण सहमत, पर जिहड़े मसीह लोग बाइबल पढ़ने वाले वो तो समझो, तुसीं तो समझो, तुसीं तो इस गल लो। यीशु मसीह जो प्रार्थना कर रहा महाकष्ट विच पै के मनो तनों प्रार्थना कर रहा, मन नाल भी तन नाल भी प्रार्थना कर रहा। अज बड़ी बड़ी गल आ, ये प्रार्थना मन नाल भी होनी आ, तन नाल भी होनी है। ये आराधना मन नाल भी होनी आ, तन नाल भी होनी आ। ये बंदगी मन नाल भी होनी आ, तन नाल भी होनी आ। अगर तुम शरीर नूं नहीं लाना तो गड़बड़ी आ भाई, गड़बड़ी आ। इसलिए शरीर नूं लाना जरूरी है इस प्रार्थना, इस आराधना, इस भक्ति विच, इस बंदगी विच। इसलिए बहुत सारे लोग कहते हैं यीशु मसीह ने कहा सच्चे भगत आत्मा सच्चाई नाल पिता दी भक्ति करोगे। आत्मा सच्चाई के तो शरीर तो बाहर तुरी फिरती है। आत्मा सच्चाई अगर शरीर मेरा इत्थे पिया, आत्मा सच्चाई उत्थे खड़ी है, मैनूं कोई फायदा नहीं उस आत्मा सच्चाई दा। जद तो कहते बिच नहीं हैगी, ਇਹਦੇ ਵਿੱਚ ਹੀ ਆਤਮਾ ਚਾਹੀਦਾ, ਇਹਦੇ ਵਿੱਚ ਹੀ ਸੱਚਾਈ ਚਾਹੀਦੀ ਆ। आमीन। बहुत सारे तर्क हो सकते इस गल ते, कोई गल नहीं, उच्ची प्रार्थना नहीं करनी चाहिए, पर गल सुनो, एक झूठ 100 बारी बोलिया जाए तो सच लगन लग जाता है, पर सच सच ही रहना। तुसीं भुलेखे च पै सकते हैं, पर परमेश्वर भुलेखे च नहीं हैगा, पवित्र आत्मा भुलेखे च नहीं हैगा। इसलिए इस गल नूं ठीक लो। तन भी लाया प्रभु ने तो मन भी लाया।
ਆਮੀਨ ਆਮੀਨ। ਸਰੀਰ ਪੂਰਾ ਇਨਵੋਲਵ ਸੀ ਉਹਦੇ ਵਿੱਚ। ਕਿੰਨੀ ਠੰਡ ਹੁੰਦੀ, ਪਿੱਛੇ ਕਿੰਨੀ ਠੰਡ ਸੀ, ਪਰ ਜਿਹੜੇ ਤਨ ਮਨ ਦੇ ਨਾਲ ਬੰਦਗੀ ਕਰਦੇ ਉਹ ਜੈਕਟਾਂ ਜੁਕਟਾਂ ਲਾ ਕੇ ਪਰ ਰੱਖ ਦਿੰਦੇ ਕਿ ਨਹੀਂ? ਹਾਂਜੀ, ਇਹ ਗੱਲ ਇੱਦਾਂ ਹੀ, ਇਹ ਗੱਲ ਇੱਦਾਂ ਹੀ ਹੈ। ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਸਮਝ ਜਾਓ, ਸਰੀਰ ਵੀ ਲਾਉਣਾ ਅਤੇ ਮਨ ਵੀ ਲਾਉਣਾ। ਜੇ ਕੋਈ ਕਹੇ ਉਹਨੇ ਸਰੀਰ ਨੂੰ ਕੋਈ ਲਾਉਣ ਦੀ ਕੋਈ ਲੋੜ ਨਹੀਂ, ਮਨ ਲਾਓ ਕਿਰਬੋਰਡ ਹੈ, ਨਹੀਂ ਲੱਗਣਾ ਮਨ, ਕਰੀ ਜਾਓ ਜੋ ਮਰਜੀ, ਮਨ ਮੁਨ ਨਹੀਂ ਲੱਗਣਾ, ਕਰ ਲਓ। ਮੈਂ ਤਾਂ ਇਸ ਵਿਸ਼ੇ ਉੱਤੇ 3 ਸਾਲ ਕੋਸ਼ਿਸ਼ ਕੀਤੀ ਸੀ, ਮੁਸੀਬਤ 'ਚ ਆ ਗਏ, ਕੁਛ ਨਹੀਂ ਹੋਇਆ। 3 ਘੰਟੇ ਵੀ 4 ਘੰਟੇ 5 ਘੰਟੇ ਬੈਠਿਆ ਮੈਂ, ਕੁਛ ਨਹੀਂ ਹੋਇਆ। ਮਨ ਲਾਉਣ ਦੀ ਕੋਸ਼ਿਸ਼ ਕੀਤੀ, ਤਨ ਨਹੀਂ ਸੀ ਲਾਇਆ, ਪਰ ਲਾਸਟ ਖੁਦਾ ਨੇ ਕਲੀਅਰ ਕੀਤਾ, ਉਹ ਤੈਨੂੰ ਤਨ ਲਾਉਣਾ ਪੈਣਾ, ਬੰਦਾ ਬਣ ਜਾ, ਸਿੱਧਾ ਹੋ ਕੇ ਤੁਰ। ਇਸ ਕਰਕੇ ਸਮਝੋ, ਯਿਸੂ ਮਸੀਹ ਨੇ ਇਸ ਗੱਲ ਨੂੰ ਠੀਕ ਆਪਣੇ ਉੱਤੇ ਲਾਗੂ ਕੀਤਾ। ਉਹਨੇ ਮਨ ਵੀ ਲਾਇਆ ਤੇ ਤਨ ਵੀ ਲਾਇਆ। ਤੇ ਉਹਦੇ ਸਰੀਰ ਦੀ ਅਵਸਥਾ ਕਿੱਦਾਂ ਦੀ ਹੈ? ਪਸੀਨਾ ਲਹੂ ਦੀਆਂ ਬੂੰਦਾਂ ਦੀ ਤਰ੍ਹਾਂ ਡਿੱਗ ਰਿਹਾ। ਹਾਲੇਲੂਇਆ ਹਾਲੇਲੂਇਆ। ਇਸ ਲਈ ਇਹ ਹੈ ਨਮੂਨਾ, ਇਹ ਹੈ ਨਮੂਨਾ। ਅੱਜ ਕਹਿੰਦੇ ਪ੍ਰਾਰਥਨਾ ਕਰਨੀ ਆ, ਥੋੜੀ ਠੰਡ ਜੀ ਕਰ ਲਓ ਪਹਿਲਾਂ, ਫਿਰ ਪ੍ਰਾਰਥਨਾ ਕਰਦੇ ਆ। ਥੋੜਾ AC ਲਾਓ, ਫਿਰ ਪ੍ਰਾਰਥਨਾ ਕਰਦੇ ਆ। ਫਿਰ ਕਹਿੰਦੇ ਥੋੜੀ ਹਵਾ ਵਧੀਆ ਲਿਆਓ, ਫਿਰ ਕਰਦੇ ਆ। ਸਾਡਾ ਇੱਕ ਮਾਸਟਰ ਹੁੰਦਾ, ਉਹ ਕਹਿੰਦਾ ਗੱਲ ਸੁਣੋ, ਜੇ ਨਾ ਪੜ੍ਹਨਾ ਆ ਤੇ ਜਾ ਕੇ ਪੱਖਾ ਬੰਦ ਕਰਕੇ ਬੈਠੋ। ਕਹਿੰਦਾ ਤੂੰ ਜਾ ਕੇ ਪੱਖਾ ਲਾ ਕੇ ਬਹਿ ਜਾਂਦੇ, ਕਹਿੰਦਾ ਉਦੋਂ AC ਤਾਂ ਹੁੰਦੇ ਨਹੀਂ, ਪੱਖੇ ਹੀ ਹੁੰਦੇ ਸੀ। ਕਹਿੰਦਾ ਪੱਖਾ ਲਾ ਕੇ ਬਹਿ ਜਾਂਦੇ, 2 ਮਿੰਟਾਂ ਬਾਅਦ ਸੁੱਤੇ ਹੁੰਦੇ। ਕਹਿੰਦਾ ਇੱਥੇ ਆ ਕੇ ਡੰਡੇ ਖਾਂਦੇ ਆ। ਉਹ ਕਹਿੰਦਾ ਜੇ ਨਾ ਪੱਖਾ ਲਾਉਂਗੇ ਸੌਵੋਗੇ ਨਹੀਂ, ਜੇ ਨਹੀਂ ਸੌਵੋਗੇ ਤਾਂ ਪੜੋਗੇ, ਇੱਥੇ ਆ ਕੇ ਡੰਡੇ ਨਹੀਂ ਖਾਓਗੇ, ਤੁਸੀਂ ਐਂ ਤੋਤੇ ਵਾਂਗੂ ਪਟਾਕੂਗੇ। ਕਹਿੰਦਾ ਤੇ ਉਹੀ ਤਾਂ ਗੱਲ ਆ। ਆਮੀਨ, ਉਹੀ ਤਾਂ ਗੱਲ ਆ। ਤੇ ਅੱਜ ਗੱਲ ਨੂੰ ਸਮਝੋ, ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਸਮਝ ਜਾਓ, ਠੀਕ ਠੀਕ ਸਮਝ ਜਾਓ। ਠੀਕ ਸਮਝਣਾ ਇਹ ਆ ਕਿ ਪ੍ਰਾਰਥਨਾ ਇੱਦਾਂ ਹੋਣੀ ਚਾਹੀਦੀ ਹੈ। ਆਮੀਨ। ਬੰਦਗੀ ਇੱਦਾਂ ਹੋਣੀ ਚਾਹੀਦੀ ਕਿ ਮੁੜਕਾ ਬਹਿਣਾ ਚਾਹੀਦਾ। ਹਾਂਜੀ, ਹਾਲੇਲੂਇਆ। ਕਿਉਂਕਿ ਜਿਹੜੀ ਪੀੜਾ ਅੱਜ ਅਸੀਂ ਚੱਲ ਰਹੇ ਹਾਂ ਜ਼ਮੀਨ ਦੇ ਉੱਤੇ, ਇਹ ਯਿਸੂ ਮਸੀਹ ਉਹ ਪੀੜਾ ਝੱਲ ਕੇ ਗਿਆ ਆ। ਉਹਨੇ ਕਿਹੜੀ ਪੀੜਾ ਚੱਲੀ ਆ? ਕੰਮ ਕਰਨ ਦੀ ਪੀੜਾ ਚੱਲੀ ਆ। ਅਸੀਂ ਵੀ ਅੱਜ ਕੰਮ ਕਰਨ ਦੀ ਪੀੜਾ ਨੂੰ ਚੱਲ ਰਹੇ ਹਾਂ। ਕੰਮ ਜਦੋਂ ਕਰਦਾ ਨਾ ਬੰਦਾ, ਪੂਰਾ ਮੁੜਕਾ ਬਹਿੰਦਾ ਕਿ ਨਹੀਂ? ਹਾਂਜੀ, ਪੂਰਾ ਪਸੀਨਾ ਆਉਂਦਾ ਕਿ ਨਹੀਂ? ਉਹਨੂੰ ਕੰਮ ਕਰਨਾ ਕਹਿੰਦੇ। ਜਿਹੜਾ ਕੰਮ ਕਰੂਗਾ ਨਾ, ਉਹਨੂੰ ਦੁੱਖ ਹੋਣਾ, ਉਹਨੂੰ ਪੀੜਾ ਹੋਣੀ ਆ। ਜਿਹੜਾ ਪੀੜਾ ਤੋਂ ਭੱਜਦਾ, ਦੁੱਖ ਤੋਂ ਭੱਜਦਾ, ਉਹ ਕੰਮ ਹੀ ਨਹੀਂ ਕਰਦਾ। ਉਹ ਕਹਿੰਦਾ ਗਰਮੀ ਬਹੁਤ ਹੈ ਭਰਾਵਾ, ਰਹਿੰਦੇ, ਕੰਮ ਨਹੀਂ ਕਰਨਾ। ਤਾਂ ਫਿਰ ਕੀ ਹੋਣਾ? ਭੁੱਖਾ ਹੀ ਮਰਨਾ। ਹਾਂਜੀ, ਬਾਈਬਲ ਤਾਂ ਕਹਿੰਦੀ ਆ, ਕੀੜੀ ਨੂੰ ਦੇਖ ਕਹਿੰਦਾ ਉਹ ਵੀ ਕਹਿੰਦਾ ਗਰਮੀਆਂ 'ਚ ਆਪਣਾ ਖਾਣਾ ਇਕੱਠਾ ਕਰ ਲੈਂਦੀ ਆ। ਤੈਨੂੰ ਕਹਿੰਦਾ ਗਰਮੀ ਲੱਗੀ ਜਾਂਦੀ ਹੈ, ਸਿਆਲ ਤੈਨੂੰ ਠੰਡ ਲੱਗਦੀ ਰਹਿੰਦੀ ਆ, ਤੂੰ ਕਰਦਾ ਕੱਖ ਨਹੀਂ। ਇਸ ਗੱਲ ਨੂੰ ਸਮਝ ਜਾਓ, ਕੰਮ ਕਰਨਾ ਪੀੜਾ ਹੈ। ਔਰ ਯਿਸੂ ਮਸੀਹ ਕੰਮ ਕਰਕੇ ਗਏ, ਪੀੜਾ ਸੀ। ਆਮੀਨ। ਯਿਸੂ ਨਹੀਂ ਹਾਰੇ। ਆਮੀਨ। ਯਿਸੂ ਜਿੱਤ ਗਏ, 100% ਜਿੱਤ ਗਏ। ਔਰ ਪ੍ਰਭੂ ਦਾ ਧੰਨਵਾਦ ਆ, ਪ੍ਰਭੂ ਦਾ ਧੰਨਵਾਦ ਆ ਕਿ ਉਹ ਜ਼ਿੰਦਾ ਹੋ ਗਿਆ। ਪ੍ਰਭੂ ਦਾ ਸ਼ੁਕਰੀਆ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਕੀ ਹੋ ਗਿਆ? ਜ਼ਿੰਦਾ ਹੋ ਗਿਆ। ਔਰ ਇਹਦਾ ਰਸੂਲਾਂ ਦੇ ਕਿਤਾਬ ਦਾ 2 ਅਧਿਆਏ, ਉਸਦਾ 24 ਵਚਨ ਜਿਹੜਾ ਦੱਸਦਾ ਹੈ, ਰਸੂਲਾਂ ਦੇ ਕਿਤਾਬ 2 ਅਧਿਆਏ 24 ਵਚਨ, ਉਸੇ ਨੂੰ ਪਰਮੇਸ਼ਰ ਨੇ ਕਾਲ ਦੇ ਬੰਧਨ ਖੋਲ ਕੇ ਜਿਵਾਲਿਆ, ਕਿਉਂ ਜੇ ਅਣਹੋਣਾ ਸੀ ਕਿ ਉਹ ਉਸਦੇ ਵਸ ਵਿੱਚ ਰਹੇ। ਆਮੀਨ। ਕਾਲ ਦੇ ਬੰਧਨ ਖੋਲ ਕੇ ਮੁਰਦਿਆਂ ਯਿਸੂ ਮਸੀਹ ਨੂੰ ਜਿੰਦਾ ਕੀਤਾ ਗਿਆ। ਜਦੋਂ ਕਬਰ 'ਚ ਗਏ, ਪਤਾਲ 'ਚ ਗਏ, 30 ਦਿਨ ਉੱਥੋਂ ਜ਼ਿੰਦਾ ਹੋ ਗਏ, ਜ਼ਿੰਦਾ ਹੋ ਗਏ। ਅੱਜ ਪ੍ਰਭੂ ਦੇ ਬੱਚੋ, ਜੋ ਕੁਛ ਵੀ ਬਿਪਤਾ ਆ ਰਹੀਆਂ, ਰੋਮੀਆਂ ਦੀ ਕਿਤਾਬ ਦੇ 8ਵੇਂ ਅਧਿਆਇ ਨੂੰ ਕਮਰੇ ਖੋਲਾਂਗੇ। ਇਸ ਬੱਚਨ ਨੂੰ ਅਸੀਂ ਪੜ੍ਹਨ ਤੋਂ ਬਾਅਦ ਦੇ ਵਿੱਚ ਪ੍ਰਾਰਥਨਾ ਵਿੱਚ ਚਲਾਂਗੇ। ਜੋ ਵੀ ਬਿਪਤਾ ਆ ਰਹੀਆਂ, ਅੱਜ ਨਮੂਨਾ ਸਿੱਖਿਆ ਯਿਸੂ ਮਸੀਹ ਦਾ, ਨਮੂਨਾ ਸਿੱਖਿਆ ਯਿਸੂ ਮਸੀਹ ਦਾ। ਜਿਹਨੇ ਨਮੂਨਾ ਸਿੱਖਿਆ ਸੀਗਾ ਨਾ, ਉਹਦੀ ਅਸੀਂ ਇੱਕ ਗੱਲ ਪੜ੍ਹਾਂਗੇ। ਪੌਲਸ ਦੀ ਗੱਲ ਆ ਇਹ। ਉਹਨੇ ਕੀ ਘੋਸ਼ਣਾ ਕੀਤੀ, ਉਹਨੇ ਕੀ ਕਿਹਾ? 8ਵਾਂ ਅਧਿਆਇ, ਜਦੋਂ ਅਸੀਂ ਰੋਮੀਆਂ ਦੀ ਕਿਤਾਬ ਦਾ 8ਵਾਂ ਅਧਿਆਇ ਪੜ੍ਹਦੇ ਹਾਂ, 8ਵਾਂ ਅਧਿਆਇ, ਉਸਦੇ
35 वचन तो पढ़ते, 35 वचन तो, 8वां अध्याय 35 वचन तो पढ़ते। कौन सानू मसीह दे प्रेम तो अड करेगा, कि बिपता ਜਾਂ कष्ट ਜਾਂ अनेर ਜਾਂ काल ਜਾਂ नंग ਜਾਂ भोजल ਜਾਂ तलवार। जिमें लिखिया होया है, असी तेरे दिन पर जानो मारे जाते हाँ, असी कोईयां जान वालियां भेडां दे तुल गिने जाते हाँ। ये अवस्था है, ये अवस्था रसूलों की है, ये अवस्था कलीसिया की है। पर कहंदा गल सुनो, हिम्मत किहदे विच आ, सानू मसीह दे प्यार तो वखरे करन दी। ये कलीसिया दी घोषणा है, जो कह रहा है। अज सानू इस गल नूं ठीक समझण दी और ग्रहण करन दी जरूरत है। जो कुछ भी आउंदा साडे वल विपता आउंदियां, वो काहले आउंदियां? मसीह तो वखरे करन आउंदियां। हाँ जी, की करन आउंदियां? ते मसीह तो वखरे कर दूगियां? पौलुस ये गल कहंदा कौन सानू मसीह दे प्रेम तो अड करेगा, कि बिपता, बिपता अलग कर दूगी, कष्ट, कष्ट अलग कर दूंगा, अनेर, अनेर गर्दी होगी, अत्याचार हो गया, कहंदे सानू मसीह दे प्यार तो वखरा कर दूंगा। काल पै गया, हुण खाने पीने दे समान खत्म हो गए, की सानू मसीह दे प्यार तो खत्म कर, अलग कर दूं? हाँ जी बोलो। नंग मतलब कपड़ियां की भी घाट हो गई, जमीन ते घाट पै गई, सब कुछ की घाट पै गई। कहंदा घाट पै जाए तो कि मैं मसीह के प्यार तो अड हो जाऊंगा? अगली गल वो कहंदा, अगली गल यीशु मसीह नूं नंगा करके मारिया गया, बहुत सारे रसूलों नूं नंगा करके मारिया गया, अज भी हो रहा। पर गल यह आ, मसीह के प्रेम तो वखरे नहीं हो सकते। अगली गल आ, जां भोजल जां तलवार, की बिपता जां तलवार की मसीह के प्यार तो वखरा कर दूगी? हाँ जी नहीं। वो अपनी अवस्था दसदा है, कहंदा असी तेरे दिन पर जानो मारे जाते हैं, तो कोईयां जान वालियां भेडां तुल गिने जाते हैं। कहंदे साडी अवस्था है, मारे जान वालियां, बध होने वालियां भेडां दे समान साडी हालत है, कतल होने वालियां भेडां दे समान साडी हालत है। पर मसीह के प्यार तो वखरे कोई नहीं कर सकता सानू। हालेलुया, हालेलुया। यीशु मसीह के उत्ते हर प्रकार का स्ट्रेस आया, हर प्रकार का दबाव आया, हर प्रकार का कष्ट आया, हर प्रकार की मुसीबत आई, सारे ही ओहदे बंदे छड्ड के चले गए उन्होंने। यह भी परतावा ही सी, यह भी दुख ही सी। जो कोई दुख बंदे ते आउंदा, बंदा कहंदा मेरे बंदे मेरे नाल तां होण, पर यीशु मसीह दे नाल यीशु मसीह दा बंदा कोई भी नहीं सी। जिहड़ा नाल गया सी हिम्मत करके, वो सामने इनकार करके आ गया। हाँ जी, जिहड़ा प्यार बड़ा करदा सी, जिहड़ा कहंदा मैं तेरे जान दे दूंगा, वो मगर तां गया हिम्मत करके, पर सामने कह के आया कि मैं यीशु नूं, ये भी देखा यीशु मसीह ने कि यार जिहड़ा कहंदा है मेरे जान दे दो, सामने मेरे कहण दिया मैं जानदा ही नहीं इहनूं, काते मान करना है? केवल प्रभु यीशु मसीह ते, होर किसी ते मान करने की लोड़ नहीं हैगी। ये पता नहीं कदों किन्ने नठ जाना छड्ड के। पर एक गल सुनो, यीशु मसीह के सामर्थी नाम विच अगर तुसीं खड़े रहे तो जित तुहाडी है, जे छड्ड के भज गए फिर कोई मुकुट नहीं, फिर हारिया। इसलिए प्रभु के बच्चों, आज समझो यीशु मसीह के सामर्थी नाम विच ठीक समझो की गल है। बिपता आनी है, समस्यावां आनियां, पर तुसीं मसीह के प्यार तो वखरे, परमेश्वर तो वखरे। इसलिए यीशु मसीह नूं नमूना जाणो, नमूना जाणो उहनूं। जिन्होंने नमूना जान लिया यीशु मसीह नूं, वो ये कहंदे कि कोई भी सानू ये सारियां अवस्थावां व्यवस्थावां सानू मसीह के प्यार तो वखरा नहीं कर सकदियां। मैं उहदे प्यार च रहूँगा, उहदा प्यार मेरे विच रहूगा, मैं उहदा ही रहूँगा, वो मेरा ही रहूगा। असीं वखरे नहीं हो सकते यीशु मसीह नासरी तो। इसलिए अज प्रभु के बच्चों, तुहाडे लई ये जिहड़ी गल है, इहनूं अपने अंदर नक्श कर लो। नमूना यीशु मसीह ने साडे लई रखिया है, छड्डिया है, वो भी नमूना है कि वो जो बोलदा हुंदा वो भी साडे विचों पूरा हुंदा है। पर आ भी नमूना है, ये भी अपनाओ।
ਉਹ ਨਮੂਨਾ ਅਪਣਾਉਣਾ ਸੌਖਾ ਆ, ਅਧਿਕਾਰ ਵਾਲਾ ਨਮੂਨਾ, ਪਰ ਆ ਜਿਹੜਾ ਜੀਵਨ ਵਾਲਾ ਨਮੂਨਾ ਅਪਣਾਉਣਾ, ਲਿਵਿੰਗ ਸਟਾਈਲ ਵਾਲਾ ਨਮੂਨਾ ਅਪਣਾਉਣਾ, ਜਿਹੜਾ ਉਹਦਾ ਸਟਾਈਲ ਉਹ ਸਟਾਈਲ ਅਪਣਾਉਣਾ, ਇਹ ਨਮੂਨਾ ਜਿਹੜਾ ਅਪਣਾਉਣਾ ਔਖਾ ਹੈ। ਪਰ ਪ੍ਰਭੂ ਦੇ ਬੱਚਿਓ, ਇਹ ਅਪਣਾਉਣਾ ਅਸਲੀ ਗੱਲ ਆ। ਇਸ ਲਈ ਜਿੱਦਾਂ ਦੇ ਮਰਜ਼ੀ ਹਾਲਾਤ ਆਉਣ, ਇਸ ਗੱਲ ਨੂੰ ਸਮਝ ਕੇ ਚੱਲੋ, ਕੋਈ ਵੀ ਗਲਤ ਹਾਲਾਤ ਤੁਹਾਨੂੰ ਤੁਹਾਡੇ ਪਰਮੇਸ਼ਰ ਤੋਂ ਵੱਖਰਾ ਨਹੀਂ ਕਰ ਸਕਦਾ। ਆਮੀਨ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਯਿਸੂ ਮਸੀਹ ਦਾ ਨਮੂਨਾ ਜਿਹੜਾ ਉਹਨੂੰ ਅਪਣਾਓ, ਉਹਦਾ ਸੁਭਾਅ ਅਪਣਾਓ। ਜਿੱਦਾਂ ਫਿਲਿੱਪੀਆਂ ਦੀ ਕਿਤਾਬ 2 ਅਧਿਆਇ ਦੱਸਦਾ, ਉਹਦਾ ਸੁਭਾਅ ਜਿਹੜਾ ਯਿਸੂ ਮਸੀਹ ਦਾ ਸੁਭਾਅ ਆ, ਉਹ ਤੁਹਾਡਾ ਸੁਭਾਅ ਹੋਣਾ ਚਾਹੀਦਾ। ਇਸ ਲਈ ਉਹਦਾ ਸੁਭਾਅ ਅਪਣਾਓ। ਮਾਰ ਨਹੀਂ ਖਾਓਗੇ। ਔਰ ਪ੍ਰਾਰਥਨਾ ਆਰਾਧਨਾ ਉਹ ਕਰੋ ਜਿਹੜੀਆਂ ਉਹ ਚਾਹੁੰਦਾ ਹੈ। ਉਰੇ ਵਾਲੀਆਂ ਨਹੀਂ ਕਰਨੀਆਂ, ਉਸ ਅਵਸਥਾ ਵਾਲੀਆਂ ਕਰਨੀਆਂ ਜਿੱਥੇ ਉਹ ਕੰਮ ਕਰਦਾ ਹੈ। ਔਰ ਉਹ ਗੱਲਾਂ ਬੋਲਣੀਆਂ ਜਿਹੜੀਆਂ ਸੱਚ ਆ। ਆਲੇ ਦੁਆਲੇ ਦੀਆਂ ਗੱਲਾਂ ਕਰਕੇ ਪ੍ਰਾਰਥਨਾ ਖਤਮ ਨਹੀਂ ਕਰਨੀ ਹੈਗੀ। ਉਹ ਗੱਲਾਂ ਬੋਲਣੀਆਂ ਜਿਹੜੀਆਂ ਸੱਚ, ਜਿਹੜੀਆਂ ਲੁਕੋ ਲੁਕੋ ਕੇ ਅੰਦਰ ਰੱਖੀਆਂ ਹੋਈਆਂ, ਉਹ ਖੋਲ ਕੇ ਰੱਖਣੀਆਂ ਉਹਦੇ ਅੱਗੇ। ਤੁਹਾਡਾ ਪਰਮੇਸ਼ਰ ਤੁਹਾਨੂੰ ਬਲੈਸਡ ਕਰ ਦੂਗਾ, ਤੁਸੀਂ ਮੁਬਾਰਕ ਹੋਵੋਗੇ। ਇਸ ਲਈ ਇਸ ਨਮੂਨੇ ਨੂੰ ਪੂਰਾ ਕਰ ਸਕੀਏ, ਆਓ ਖੁਦਾਵੰਦ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰੀਏ, ਤਾਂ ਕਿ ਸਾਡਾ ਪਰਮੇਸ਼ਰ ਸਾਨੂੰ ਹਿੰਮਤ ਬਲ ਦੇਵੇ ਇਸ ਗੱਲ ਦੇ ਲਈ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ, ਤੁਸੀਂ ਇਹ ਜ਼ਮੀਨ ਦੇ ਉੱਤੇ ਆ ਕੇ ਦੁੱਖ ਚੱਲ ਕੇ ਨਮੂਨਾ ਸਾਡੇ ਲਈ ਛੱਡਿਆ। ਪ੍ਰਭੂ ਤੇਰਾ ਧੰਨਵਾਦ ਆ। ਪ੍ਰਭੂ ਜਦੋਂ ਦੀ ਕਲੀਸਿਆ ਬਣੀ ਹੈ, ਕਲੀਸਿਆ ਇਸ ਨਮੂਨੇ ਤੇ ਖੜੀ ਹੈ। ਥੈਂਕ ਯੂ ਜੀਸਸ, 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 ਥੈਂਕ ਯੂ ਜੀਸਸ। ਪ੍ਰਭੂ ਜਦੋਂ ਦੀ ਕਲੀਸਿਆ ਬਣੀ, ਕਲੀਸਿਆ ਇਸੇ ਗੱਲ ਤੇ ਖੜੀ ਹੈ। ਬਿਪਤਾ ਆਈਆਂ, ਕਸ਼ਟ ਆਏ, ਘਰ ਛੱਡਣੇ ਪਏ, ਬਹੁਤ ਕੁਝ ਤਿਆਗਣਾ ਪਿਆ, ਕੁਰਬਾਨੀਆਂ ਹੋਈਆਂ। ਪ੍ਰਭੂ ਇਸਤੀਫਾਨ ਸ਼ਹੀਦ ਕੀਤਾ ਗਿਆ, ਯਾਕੂਬ ਸ਼ਹੀਦ ਕਰ ਦਿੱਤਾ ਗਿਆ। ਪ੍ਰਭੂ ਯਿਸੂ ਮਸੀਹ ਨਾਜ਼ਰੀ, ਕਲੀਸਿਆ ਦੇ ਬਹੁਤ ਸਾਰੇ ਲੋਕ ਸ਼ਹੀਦ ਕਰ ਦਿੱਤੇ ਗਏ ਔਰ ਘਰੋਂ ਬੇਕਾਰ ਕਰ ਦਿੱਤੇ ਗਏ, ਜਿੰਦਾ ਜਲਾ ਦਿੱਤੇ ਗਏ। ਪਰ ਪ੍ਰਭੂ ਪਿਆਰ ਉਹਨਾਂ ਚੋਂ ਵੱਖਰਾ ਨਹੀਂ ਹੋਇਆ। ਹਾਲੇਲੂਇਆ। ਐ ਖੁਦਾਵੰਦ, ਅੱਜ ਬਖਸ਼ ਦੋ ਕਿ ਕਿਸੇ ਦੇ ਵਿੱਚੋਂ ਵੀ ਪਿਆਰ ਨਾ ਘਟੇ, ਪਿਆਰ ਨਾ ਘਟੇ। ਹੇ ਬਿਪਤਾ, ਹੇ ਤਲਵਾਰ, ਹੇ ਭੋਜਲ, ਹੇ ਸ਼ੈਤਾਨ, ਹੇ ਉਲਟੇ ਹਾਲਾਤ, ਤੇਰੀ ਚੌਕਾਤ ਨਹੀਂ ਕਿ ਤੂੰ ਪ੍ਰਭੂ ਦੇ ਬੱਚਿਆਂ ਨੂੰ ਪ੍ਰਭੂ ਤੋਂ ਦੂਰ ਕਰ ਦਵੇਂ। ਬਿਲਕੁਲ ਨਹੀਂ, ਬਿਲਕੁਲ ਨਹੀਂ ਤੇਰੀ ਔਕਾਤ ਹੈਗੀ, ਬਿਲਕੁਲ ਨਹੀਂ ਤੇਰੀ ਔਕਾਤ ਹੈਗੀ ਕਿ ਤੂੰ ਪ੍ਰਭੂ ਦੇ ਬੱਚਿਆਂ ਨੂੰ ਪ੍ਰਭੂ ਤੋਂ ਦੂਰ ਕਰ ਦਵੇਂ। ਇਨਕਾਰ ਨਹੀਂ ਕਰਨਗੇ। ਹਾਲੇਲੂਇਆ। ਇਨਕਾਰ ਨਹੀਂ ਕਰਨਗੇ। ਹਾਲੇਲੂਇਆ। ਇਨਕਾਰ ਨਹੀਂ ਕਰਨਗੇ। ਹਾਲੇਲੂਇਆ। ਇਨਕਾਰ ਨਹੀਂ ਕਰਨਗੇ। ਹਾਲੇਲੂਇਆ। ਥੈਂਕ ਯੂ ਲਾਰਡ, 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 ਥੈਂਕ ਯੂ ਲਾਰਡ। ਪ੍ਰਭੂ ਦੇ ਬੱਚਿਓ, ਤੁਹਾਡਾ ਪਰਮੇਸ਼ਰ ਤੁਹਾਡੀ ਮਦਦ ਕਰਨ ਦੇ ਲਈ ਖੜਾ ਹੈ। ਉਹ ਤੁਹਾਨੂੰ ਮਰਨ ਨਹੀਂ ਦੇਗਾ। ਹਾਂ ਹਾਂ ਹਾਂ, ਪ੍ਰਭੂ ਕਹਿੰਦੇ ਨੇ ਤੂੰ ਨਾ ਡਰੋ, ਜਿਹੜੇ ਸਰੀਰ ਨੂੰ ਤਾਂ ਮਾਰ ਸਕਦੇ ਆ ਪਰ ਆਤਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਪ੍ਰਭੂ ਸੁਦੀਪਕ ਜੀਵਨ ਆ, ਸੁਦੀਪਕ ਜੀਵਨ ਦਾ ਸੋਤਾ ਆ। ਰੂ